ਰਹੇ ਹੋ ਪਾਕਿਸਤਾਨ ਯਾਤਰਾ ਸਿੱਖ ਚੈਨਲ ਤੇ ਗਿਲ ਟੂਰ ਦੀਆਂ ਟੀਮਾਂ ਸਿੱਖ ਚੈਨਲ ਦੀਆਂ ਟੀਮਾਂ ਜਿਹੜੀਆਂ ਨੇ ਯਾਤਰਾ ਲੈ ਕੇ ਚਲਾ ਗਿਆ ਹੀ ਫਾਊਂਡ ਕੇ ਦਿਲਬਾਗ ਜਿਹੜਾ ਨਾ ਖਾਣ ਪੀਣ ਨਹੀਂ ਸਹੀ ਦਿਆ ਉਹਦੇ ਜ਼ੇਨ ਇਹਨਾਂ ਡਿਟੇਲਡ ਹਿਸਟਰੀ ਦਿੰਦੇ ਨੇ ਇਸ ਕਿਲੇ ਦੀ ਕਿਉਂਕਿ ਉਹਨਾਂ ਨੂੰ ਇੱਥੇ ਵੇ ਬੈਕ ਸਾਈਡ ਤੇ ਰੈਂਪ ਹੁੰਦਾ ਸੀ ਜਿੱਥੇ ਬੀਦੀ ਸੰਗਤ ਜੀ ਆਪਣੀ ਸਾਰੀ ਸੰਗਤ ਜਿਹੜੀ ਹੈ ਇਹ ਹੁਣ ਲਾਹੌਰ ਫੋਰਟ 'ਚ ਆ ਗਈ ਹੈ। ਲਾਹੌਰ ਫੋਰਟ ਜਿਹੜਾ ਇਹ ਉਹੀ ਕਿਲਾ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਬਹਿ ਕੇ 40 ਸਾਲ ਸ਼ੇਰੇ ਪੰਜਾਬ ਨੇ ਬਹਿ ਕੇ ਹਕੂਮਤ ਕੀਤੀ ਹੈ। ਤੇ ਮੇਰੇ ਪਿੱਛੇ ਜਿਹੜਾ ਤੁਸੀਂ ਵੇਖ ਰਹੇ ਹੋ ਉਹ ਬਾਦਸ਼ਾਹੀ ਮੋਸਕ ਔਰ ਬਿਲਕੁਲ ਇਹ ਅਗਰ ਤੁਸੀਂ ਵੇਖ ਰਹੇ ਹੋ ਤੇ ਇਹ ਡੇਰਾ ਸਾਹਿਬ। ਹੁਣ ਅਸੀਂ ਪੂਰੇ ਫੋਰਟ ਦਾ ਵਿਜ਼ਿਟ ਕਰਾਂਗੇ ਸੰਗਤ। ਅਬਦੁਲ ਰਹਿਮਾਨ ਨੇ ਕਹੇ ਯਹਾਂ ਲਗਵਾ ਦੇ ਇਹਦਾ ਪੂਰਾ ਮੈਪ ਹੈਗਾ। ਕਿਲਾ ਜਿਹੜਾ ਹੈ 1566 ਚ ਦੀ ਬੁਨਿਆਦ ਰੱਖੀ ਗਈ ਸੀ। 1566 ਦਾ ਫਾਊਂਡੇਸ਼ਨ ਬਾय द मुगल एम्परर जलालुद्दीन मोहम्मद Akbar, and we have a 25 major monuments inside this fort which was added by a Mughal, Sikh and the British. Like you know, Lahore have a 3 major government and almost 350 years we have a Mughal government, 50 years and 48 years almost we have a Sikh government, and around 100 years we have a British government. So ਇਹ ਤੁਹਾਨੂੰ ਸਾਰਾ ਮੈਪ ਨਜ਼ਰ ਆ ਰਿਹਾ। ਅਸੀਂ ਐਗਜ਼ੈਕਟਲੀ ਇਸ ਜਗ੍ਹਾ ਤੇ ਖੜੇ ਆ। ਇਹਦੇ ਪਿੱਛੇ ਸਾਹਮਣੇ ਜਿਹੜਾ ਤੁਹਾਨੂੰ ਪਹਿਲਾ ਮੋਨੂਮੈਂਟ ਨਜ਼ਰ ਆ ਰਿਹਾ, ਦਿਸ ਵਨ ਇਜ਼ ਅ ਹੋਲ ਆਫ ਕਾਮਨ ਓਡੀਐਸ ਦੀਵਾਨੇ ਆਮ। ਇਹ ਖੜਕ ਸਿੰਘ ਦੀ ਹਵੇਲੀ ਆ ਗਈ। ਇਹ ਸਾਹਮਣੇ ਜਹਾਂਗੀਰ ਦਾ ਹਾਤਾ ਆ ਗਿਆ ਸਾਰਾ। ਇਹ ਤੁਹਾਨੂੰ ਮੈਂ ਦੱਸ ਰਿਹਾ ਸੀ ਜਿਹੜੀ ਇਹ ਦਰਮਿਆਨ 'ਚ ਛੋਟੀ ਜਿਹੀ ਤੁਹਾਨੂੰ ਨਜ਼ਰ ਆ ਰਹੀ, ਦਿਸ ਵਨ ਇਜ਼ ਅ ਬਰਥ ਪਲੇਸ ਆਫ ਨੋ ਨਿਹਾਲ ਸਿੰਘ। ਔਰ ਇਹਦੇ ਇਹ ਵਾਲੇ ਸਾਹਮਣੇ ਇੱਧਰ ਵਾਲੀ ਸਾਈਡ 'ਤੇ ਜਿਹੜਾ ਮਹਾਰਾਣੀ ਜਿੰਦਾ ਦੀ ਹਵੇਲੀ ਹੈਗੀ ਹੈ ਉਹ ਦੇਖਾਂਗੇ। ਫਿਰ ਇਹ ਦਿਵਾ ਹੋਲ ਆਫ ਸਪੈਸ਼ਲ ਆਡੀਅੰਸ। ਇਹ ਜਿਹੜਾ ਪੁਆਇੰਟ ਹੈਗਾ ਨਾ ਜਿਹੜਾ ਲੇਡੀਜ਼ ਗਾਰਡਨ ਦੇ ਅੰਦਰ, ਚਲੋ ਬਾਈ ਚਲੋ ਪ੍ਰਾਈਵੇਟ ਵੀ ਲੈ ਕੇ ਜਾਵਾਂਗਾ। ਇੱਥੇ ਵੇ ਬੈਕ ਸਾਈਡ ਤੇ ਰੈਂਪ ਹੁੰਦਾ ਸੀ ਜਿੱਥੇ ਬੀਦੀ ਚੰਦ 2 ਘੋੜੇ ਲੈ ਗਿਆ ਸੀ ਦਿਲਬਾਗ ਤੇ ਗੁਲਬਾਗ ਚੋਰੀ ਕਰਕੇ। ਨਹੀਂ ਉਹ ਚੋਰੀ ਤੇ ਇਹਨਾਂ ਨੇ ਕੀਤੇ ਸੀ ਨਾ, ਉਹ ਤੇ ਇਹਨਾਂ ਨੇ ਇੱਥੋਂ ਛੁਡਾ ਕੇ ਲੈ ਕੇ ਗਿਆ ਸੀ। ਉਹ ਕਹਿੰਦੇ ਪੰਜਾਬੀ 'ਚ ਚੋਰਾਂ ਨੂੰ ਮੋੜ ਪੈ ਗਏ, ਉਹ ਕੰਮ ਹੋਇਆ ਸੀ। ਇੱਥੇ ਵੀ ਅਸੀਂ ਜਾਵਾਂਗੇ। ਉਸ ਤੋਂ ਬਾਅਦ ਜਿਹੜੇ ਇਹ ਵਾਈਟ ਕਲਰ ਦੇ ਮੋਨੂਮੈਂਟ ਨਜ਼ਰ ਆ ਰਹੇ ਇਹ ਹੈਗਾ ਮਹਾਰਾਜਾ ਰਣਜੀਤ ਸਿੰਘ ਦੀ ਪਬਲਿਕ ਕੋਰਟ 8 ਦਰਾ। ਔਰ ਇਹਦੀ ਹੀ ਬੈਕ ਸਾਈਡ ਤੇ ਹੈ ਮਿਰਰ ਪੈਲੇਸ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਰਿਹਾਇਸ਼ ਰੱਖੀ ਸੀ। ਔਰ ਇਹਦੇ ਅੰਦਰ ਹੀ ਜਿਹੜਾ ਉਹ ਫਿਰ ਪੁਆਇੰਟ ਬਣਾਇਆ ਗਿਆ ਸੀ ਜਿੱਥੇ ਪ੍ਰਕਾਸ਼ ਕੀਤਾ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਦਾ। ਇੱਥੇ ਸਭ ਨਾਲ ਹਾਈਐਸਟ ਪਲੇਸ ਬਣਾਈ ਸੀ। ਅਸੀਂ ਇਹ ਸਾਰੇ ਮੋਨੂਮੈਂਟਸ ਵਿਜ਼ਿਟ ਕਰਾਂਗੇ। ਫਰਸਟ ਸਟੈਪ ਇਜ਼ ਰੈਸਟ ਰੂਮ, ਦੈਨ ਵੀ ਕੰਟੀਨਿਊ ਆਵਰ ਟੂਰ। ਸੁਬਾਹ ਅਸੀਂ ਸ਼ੁਰੂ ਕੀਤਾ ਸੀ ਲਾਹੌਰ ਬੱਸ ਦਾ ਟੂਰ। ਉਸ ਤੋਂ ਬਾਅਦ ਅਸੀਂ ਪੋਚ ਬਿਲਡਿੰਗ ਹੈ ਜਿੱਥੇ ਤੁਹਾਨੂੰ ਸਾਰੀ ਭਗਤ ਸਿੰਘ ਜੀ ਦੀ ਹਿਸਟਰੀ ਦਿੱਤੀ। ਉਸ ਤੋਂ ਬਾਅਦ ਅਸੀਂ ਫੋਰਟ 'ਚ ਪਹੁੰਚ ਆਏ ਹਾਂ। ਸਾਡੇ ਤੋਸੀਫ ਭਾਈ ਜਿਹੜੇ ਨੇ ਉਹ ਹਰ ਵਾਰੀ ਤੁਸੀਂ ਸਾਡੀ ਵੀਡੀਓ 'ਚ ਵੇਖਿਆ ਹੋਏਗਾ, ਉਹ ਸਾਡੇ ਗਾਈਡ ਹੈਗੇ। ਉਹ ਇੱਕ ਪ੍ਰੋਪਰ ਜਿਹੜੀ ਹੈ ਨਾ ਡਿਟੇਲਡ ਹਿਸਟਰੀ ਦਿੰਦੇ ਨੇ ਇਸ ਕਿਲੇ ਦੀ ਕਿਉਂਕਿ ਉਹਨਾਂ ਨੂੰ ਸਿੱਖੀ 'ਤੇ ਬਹੁਤ ਅਬੂਰ ਹੈ ਅਤੇ ਉਹ ਸਿੱਖੀ ਦੇ ਤਮਾਮ ਡਿਟੇਲ ਜਿਹੜੀ ਹੈ ਨਾ ਇਸ ਕਿਲੇ ਨਾਲ ਰਿਲੇਟਡ ਉਹ ਸਾਡੀ ਸੰਗਤ ਨੂੰ ਦੱਸ ਰਹੇ ਨੇ। ਅਤੇ ਨਾਲ ਹੀ ਨਾਲ ਤੁਹਾਨੂੰ ਦੱਸਦੇ ਚੱਲੀਏ ਕਿ ਲਾਹੌਰ ਦਾ ਮੌਸਮ ਜਿਹੜਾ ਹੈ ਸਡਨਲੀ ਚੇਂਜ ਹੋ ਗਿਆ। ਜਦੋਂ ਅਸੀਂ ਆਏ ਸੀਗਾ ਸਮਰ ਸੀਗਾ, ਫਰਵਰੀ ਸੀ, ਬਟ ਐਵੇਂ ਫੀਲ ਹੋ ਰਿਹਾ ਸੀ ਜਿਵੇਂ ਸਮਰ ਹੈ ਕਿਉਂਕਿ ਆਈ ਵਾਜ਼ ਵੇਅਰਿੰਗ ਟੀ-ਸ਼ਰਟਸ ਐਂਡ ਐਵਰੀਥਿੰਗ। ਐਂਡ ਟੁਡੇ ਜਿੱਦਾਂ ਬਾਰਿਸ਼ ਹੋਈ ਔਰ ਹਵਾਵਾਂ ਚੱਲ ਰਹੀਆਂ ਬਿਲਕੁਲ ਜਿਵੇਂ ਨਾ ਲੰਡਨ ਦਾ ਮੌਸਮ ਹੋ ਗਿਆ। ਸੋ ਵੈਰੀ ਕੋਲਡ ਐਂਡ ਵੈਰੀ ਨਾਈਸ ਵੈਦਰ। ਅਤੇ ਹੁਣ ਨਾਲ ਚੱਲਾਂਗੇ। ਨਾਲ ਤੁਹਾਨੂੰ ਮੈਂ ਖੜਕ ਸਿੰਘ ਜੀ ਦੀ ਹਵੇਲੀ, ਠੀਕ ਹੈ, ਉਸ ਤੋਂ ਬਾਅਦ ਉਹ ਜਗ੍ਹਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਸੀ ਉਹ ਜਗ੍ਹਾ ਵਿਖਾਵਾਂਗਾ ਤੁਹਾਨੂੰ। ਦਿਲਬਾਗ ਦਾ ਉਹ ਜਗ੍ਹਾ ਵਿਖਾਵਾਂਗੇ ਜਿੱਥੋਂ ਉਹਨਾਂ ਨੇ ਘੋੜੇ ਇੱਥੋਂ ਕੱਢ ਕੇ ਖੜੇ। ਅਤੇ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਨਾ ਪਾਕਿਸਤਾਨ ਇਜ਼ ਫੁੱਲ ਆਫ ਯੋਰ ਹਿਸਟਰੀ। ਆਪਣੀ ਸਿੱਖੀ ਦੀ ਹਿਸਟਰੀ ਨਾਲ ਪਾਕਿਸਤਾਨ ਭਰਿਆ ਹੋਇਆ। ਤੁਸੀਂ ਆਓ ਅਤੇ ਆਪ ਆਪਣੀ ਅੱਖੀਂ ਵੇਖੋ। ਅਤੇ ਜੂ ਹੁਣ ਅੱਗੇ ਜਾਵਾਂਗੇ ਤੁਹਾਨੂੰ ਮੈਂ ਸਾਰੀ ਜਗ੍ਹਾ ਦੀ ਹਿਸਟਰੀ ਦੱਸੀ ਜਾਵਾਂਗਾ। ਹੁਣ ਤੁਸੀਂ ਸਾਡੇ ਲੈਫਟ ਉੱਤੇ ਜੋ ਵੇਖ ਰਹੇ ਹੋ ਇਹ ਮਹਾਰਾਣੀ ਜਿੰਦਾ ਦਾ ਮਹਿਲ ਹੈ। ਇਹ ਤਾਮੀਰ ਕਰਵਾਇਆ ਗਿਆ ਸੀ ਉਹਨਾਂ ਵਾਸਤੇ। ਅਤੇ ਮਹਾਰਾਣੀ ਜਿੰਦਾ ਜਿਹੜੇ ਨੇ ਉਹ ਇਸ ਮਹਿਲ ਦੇ ਵਿੱਚ ਰਹਿੰਦੇ ਸੀਗੇ। ਅਤੇ ਜਦੋਂ ਤੁਸੀਂ ਆਓਗੇ ਤਾਂ ਤੁਸੀਂ ਆਪਣੀ ਅੱਖੀਂ ਵੇਖੋਗੇ ਕਿ ਇਸ ਨੈਸ਼ਨਲ ਹੈਰੀਟੇਜ ਸਾਈਟ ਐਂਡ ਯੂਨੈਸਕੋ ਦੀ ਵੀ ਸਾਈਟ ਹੈ ਕਿਉਂਕਿ ਇਹ ਹੋ ਗਿਆ ਲਾਲ ਕਿਲ੍ਹਾ ਦਿੱਲੀ ਹੋ ਗਿਆ ਅਤੇ ਵੈਰੀ ਓਲਡ ਫੋਰਟਸ। ਅਤੇ ਅਸੀਂ ਹੋਰ ਤੋਂ ਤੋਸੀਫ ਭਾਈ ਕੋਲੋਂ ਪੁੱਛਣੇ ਆ ਥੋੜ੍ਹੀ ਜਿਹੀ ਡਿਟੇਲ ਅਤੇ ਤੁਹਾਡੇ ਨਾਲ ਸ਼ੇਅਰ ਕਰਨੇ ਆ। That one is the birthplace of no Nihal Singh. Some people said like this one is the Dalip Singh birthplace, but मैं इधर आ जा। थोड़ी जी रिसर्च
ਖਲੋਤੇ ਹਾਂ। ਅੱਗੇ ਮੈਂ ਤੁਹਾਨੂੰ ਵਿਖਾਇਆ ਸੀ ਕਿ ਇਹ ਮਹਾਰਾਣੀ ਜਿੰਦਾ ਦਾ ਸਲੀਪਿੰਗ ਪੈਲੇਸ ਸੀਗਾ। ਇਹ ਜਿਹੜਾ ਪਿੱਛੇ ਤੁਸੀਂ ਵੇਖ ਰਹੇ ਹੋ, ਇਹ ਹਵੇਲੀ ਜਿਹੜੀ ਹੈ ਇਹ ਖੜਕ ਸਿੰਘ ਦੀ ਹਵੇਲੀ ਹੈ। ਔਰ ਅਗਰ ਤੁਸੀਂ ਇਸ ਪਾਸੇ, ਮੈਂ ਕੈਮਰਾਮੈਨ ਸਾਹਿਬ ਨੂੰ ਕਹਾਂਗਾ ਕਿ ਟਰਨ ਕਰਨ, ਕਿ ਉਹ ਜਿੱਥੇ ਰੀਸਟਰਕਸ਼ਨ ਹੋ ਰਹੀ ਹੈ, ਜਿਹਨੂੰ ਰੀਸਟੋਰ ਕੀਤਾ ਜਾ ਰਿਹਾ, ਉਹ ਨੋਨੇਹਾਲ ਸਿੰਘ ਦੀ ਬਰਥ ਪਲੇਸ ਹੈਗੀ। ਸੋ ਜਿਵੇਂ ਮੈਂ ਤੁਹਾਨੂੰ ਕਹੀ ਜਾ ਰਿਹਾ ਕਿ ਦੈਟਸ ਲਾਈਕ ਯੋਰ ਹੈਰੀਟੇਜ। ਸੋ ਮੇਰੇ ਇਸ ਪਾਸੇ ਮਹਾਰਾਣੀ ਜਿੰਦਾ ਖੜਕ ਸਿੰਘ ਜੀ ਦੀ ਹਵੇਲੀ ਅਤੇ ਨੋਨੇਹਾਲ ਸਿੰਘ ਦਾ ਬਰਥ ਪਲੇਸ। ਸੋ ਇੱਥੋਂ ਹੁਣ ਅੱਗੇ ਅਸੀਂ ਲੈ ਕੇ ਆਵਾਂਗੇ। ਜ਼ਰਾ ਤੌਸੀਫ ਬਾਈ ਨੂੰ ਕਹਾਂਗੇ ਕਿ ਆ ਕੇ ਸਾਡੀ ਸੰਗਤ ਨੂੰ ਜ਼ਰਾ ਥੋੜ੍ਹਾ ਮੋਰ ਡੀਟੇਲ ਵਿੱਚ ਦੱਸਣ। Like we are talking from 1605 to 1627, the period of Jahangir, when they installed these fountains, how they work it, किस तरह काम करते होंगे, पिछों बिजली का सुच थले किया तो चल पे, ऐसा कोई सिस्टम होएगा? किस तरह चलाते होंगे फाउंटेन्स? ਇੱਥੇ ਵਾਟਰ ਟੈਂਕ ਹੈਗੇ ਸੀ, ਇੱਕ ਹਾਈਟ ਦੇ ਉੱਤੇ ਨਾ ਵਾਟਰ ਟੈਂਕ ਬਣਾਏ ਗਏ ਸੀ, ਔਰ ਉਹਦੇ 'ਚੋਂ ਜਿਹੜਾ ਪਾਈਪ ਆਉਂਦਾ ਸੀ ਨਾ, ਉਹ ਰਿਵੋਲਵਿੰਗ ਪਾਈਪ ਸੀ। ਰਿਵੋਲਵਿੰਗ ਪਾਈਪ 'ਚ ਪਾਣੀ ਨੂੰ ਜਿੰਨਾ ਜ਼ਿਆਦਾ ਘਮੇਰ ਮਿਲੇਗਾ ਨਾ, ਉਨਾ ਸਪੀਡ ਨਾਲ ਇਸ ਫਾਊਂਟੇਨ ਤੋਂ ਬਾਹਰ ਨਿਕਲੇਗਾ। ਸੋ ਇਹ ਸਾਰੀ ਟੈਕਨੋਲੋਜੀ ਜਿਹੜੀ ਸੀ, ਇਹ ਸਾਰੀ ਹੈਂਡਮੇਡ ਟੈਕਨੋਲੋਜੀ ਸੀ। ਵੈਨ ਦੇਰ ਇਜ਼ ਨੋ ਲਾਈਕ ਮਸ਼ੀਨਰੀ। सिर्फ अपनी शादी ਨੂੰ ਜਸਟੀਫਾਈ ਕਰਨ ਵਾਸਤੇ ਦੀਨ ਇਲਾਹੀ ਇੱਕ ਨया ਮਜ਼ਹਬ ਲਾਂਚ ਕੀਤਾ, ਲਾਈਕ ਇਟਸ ਅ ਬੁੱਕ, ਹੋਲੀ ਬੁੱਕ, ਜਿਹਦੇ 'ਚ ਕਲੀਅਰਲੀ ਮੈਂਸ਼ਨ ਕੀਤਾ ਗਿਆ ਕਿ ਦੇਰ ਇਜ਼ ਨੋ ਰਿਸਟ੍ਰਿਕਸ਼ਨ, ਅ ਹਿੰਦੂ ਮੈਨ ਕੈਨ ਮੈਰੀ ਵਿਦ ਦ ਹਿੰਦੂ ਮੁਸਲਿਮ ਲੇਡੀ। ਸੋ ਰਿਲੀਜਨ ਇਜ਼ ਨੋਟ ਅ ਮੈਟਰ। ਸੋ ਆਇਆ ਅਕਬਰ ਨੇ ਸੀ, ਅਕਬਰ ਨੇ ਆਪਣੇ ਬੇਟੇ ਵਾਸਤੇ ਤਾਂ ਖੁਦ ਇਹ ਬੈਡਰੂਮ ਬਣਵਾਏ ਸੀ। ਉਹਨੇ ਇਹਦਾ ਨਾਮ ਜਹਾਂਗੀਰੀ ਹਾਤਾ ਇਸ ਲਈ ਰੱਖਿਆ ਸੀ ਕਿ ਇਹਦੇ ਅੰਦਰ ਜ਼ਿਆਦਾ ਉਹਨੇ ਐਡੀਸ਼ਨ ਆਪਣੇ ਬੇਟੇ ਵਾਸਤੇ ਕੀਤੀਆਂ ਸੀ। ਔਰ ਜਦੋਂ ਉਹਨੇ ਦੀਨ ਇਲਾਹੀ ਲਾਂਚ ਕੀਤਾ, ਦੈਨ ਉਦੋਂ ਜਿਹੜਾ ਨਾ ਫਿਰ ਆਰਕੀਟੈਕਟ 'ਚ ਵੀ ਕਾਫੀ ਹਿੰਦੂਇਜ਼ਮ ਕਨਸੈਪਟ ਲਾਂਚ ਹੋਇਆ, ਜਿਹਦੇ ਵਿੱਚ ਤੁਹਾਨੂੰ ਜਿਹੜੇ ਦੀਵਾਰਾਂ 'ਚ ਜਾਨਵਰ ਛਦਵਾਏ ਨਜ਼ਰ ਆ ਰਹੇ ਨੇ ਨਾ, ਇਹ ਸਾਰੇ ਹਿੰਦੂਇਜ਼ਮ ਕਨਸੈਪਟ ਹੈਗੇ ਨੇ। ਲਾਈਕ ਕਿ ਮੁਗਲ ਪਾਕਿਸਤਾਨ 'ਚ ਬਹੁਤ ਕਮ ਐਸੇ ਮੋਨੂਮੈਂਟ ਹੈ, ਫਸਟ 3 ਪਿਗ ਹੈਗੇ ਨੇ ਜਿਹੜੇ ਕਿ ਮੁਸਲਿਮ ਰਿਲੀਜਨ 'ਚ ਅਲਾਊਡ ਹੀ ਨਹੀਂ ਹੈ। ਹਾਂਜੀ, ਸੋ ਫਸਟ 3 ਇਜ਼ ਦ ਪਿਗ, ਦੈਨ ਪੀਕੋਕ, ਐਲੀਫੈਂਟ, ਲਾਇਨ। ਸੋ ਵੀ ਹੈਵ ਅ ਸੀਰੀਜ਼ ਆਫ ਐਨੀਮਲਸ, and first one is those which is not allowed in a Muslim। special audience ਸੀ, ਇੱਕ ਹੀ ਬਿਲਡਿੰਗ ਸੀ ਜਿਹੜੀ ਸਭ ਨਾਲ ਪਹਿਲੇ ਮੈਂ ਤੁਹਾਨੂੰ ਦਿਖਾਈ। ਲੇਕਿਨ ਸ਼ਾਹਜਹਾਂ ਜਦੋਂ ਬਾਦਸ਼ਾਹ ਬਣਿਆ ਤਾਂ ਉਹਨੇ ਕਿਹਾ ਜੀ ਹੋਲ ਆਫ ਸਪੈਸ਼ਲ ਆਡੀਅੰਸ ਅਲੱਗਾ ਹੋਣਾ ਚਾਹੀਦਾ, ਕਿਉਂਕਿ ਦਿੱਲੀ ਲਾਲ ਕਿਲ੍ਹਾ 'ਚ ਆਲਰੇਡੀ ਦੀਵਾਨੇ ਖਾਸ ਔਰ ਦੀਵਾਨੇ ਆਮ ਦੋ ਅਲੱਗਾ ਮੋਨੂਮੈਂਟ ਅਵੇਲੇਬਲ ਸੀ। ਸੋ ਉਹਨੇ ਕਿਹਾ ਲਾਹੌਰ ਦੇ ਕਿਲ੍ਹੇ 'ਚ ਵੀ ਇਹ ਬਣਾਓ। ਸੋ ਹੋਲ ਆਫ ਸਪੈਸ਼ਲ ਆਡੀਅੰਸ ਵਿਦ ਦਾ ਵਾਈਟ ਮਾਰਬਲ ਹੈ। ਵਾਈਟ ਮਾਰਬਲ ਜਿਹੜਾ ਜੈਪੁਰ ਮਕਰਾਨਾ ਮਾਈਨਸ ਤੋਂ ਮੰਗਵਾਇਆ ਗਿਆ ਸੀ। ਲਾਲ ਪੱਥਰ ਕਿੱਥੋਂ ਆਉਂਦਾ ਸੀ? ਰਾਜਸਥਾਨ। ਯਾਰ ਤੁਸੀਂ ਦੱਸਦੇ ਇਹ ਤਾਂ ਗਾਈਡ ਹੈਗੇ ਨੇ ਨਾ ਸਾਡੇ ਨਾਲ, ਮੈਂ ਖੁਸ਼ ਹੋ ਗਿਆ, ਚਲੋ ਕੋਈ ਤਾਂ ਸਾਡੇ 'ਚ ਹੈਗਾ। ਸੋ ਰਾਜਸਥਾਨ ਇਜ਼ ਐਕਚੁਅਲੀ ਅ ਹਬ ਆਫ ਰੈਡ ਸੈਂਡਸਟੋਨ ਐਂਡ ਦਾ ਵਾਈਟ ਮਾਰਬਲ ਇਜ਼ ਫਰੋਮ ਮਕਰਾਨਾ ਮਾਈਨਸ ਜੈਪੁਰ। ਔਰ ਇਹ ਸਾਰੇ ਸ਼ਾਹਜਹਾਂ ਦੇ ਬੈਡਰੂਮ ਸੀ। 1627 'ਚੋਂ ਬਾਦਸ਼ਾਹ ਬਣਿਆ ਸੀ। ਸ਼ੀਸ਼ ਮਹਿਲ ਬਣਿਆ 1632 'ਚ। 1632 'ਚ ਜਿਹੜਾ ਬੈਡਰੂਮ ਇੱਥੋਂ ਸ਼ਿਫਟ ਹੋਏ ਨੇ ਉੱਧਰ ਨੂੰ। ਉਸ ਤੋਂ ਪਹਿਲੇ ਸ਼ਾਹਜਹਾਂ ਦੇ ਇਹ ਬੈਡਰੂਮਸ ਹੁੰਦੇ ਸੀ। ਨਹੀਂ, ਹਰ ਕਮਰੇ 'ਚ ਜਿਹੜਾ ਨਾ ਵੈਂਟੀਲੇਸ਼ਨ ਪੁਆਇੰਟ ਦਾ ਡਿਫਰੈਂਸ ਹੈ। ਔਰ ਲਾਸਟ ਵਾਲਾ ਜਿਹੜਾ ਬੈਡਰੂਮ ਤੁਹਾਨੂੰ ਨਜ਼ਰ ਆ ਰਿਹਾ ਨਾ, ਉਹ ਵਿੰਟਰ ਵਾਸਤੇ ਹੈਗਾ, ਉਹਦੇ 'ਚ ਵੈਂਟੀਲੇਸ਼ਨ ਨਹੀਂ ਹੈ। ਇਹ ਵਾਲੇ ਜਿਹੜੇ ਕਮਰੇ ਨੇ ਇਹ ਸਮਰ ਵਾਸਤੇ ਸੀ। ਇਸੇ ਤਰ੍ਹਾਂ ਸ਼ੀਸ਼ ਮਹਿਲ 'ਚ ਜਾਵਾਂਗੇ ਨਾ, ਉੱਥੇ ਵੀ ਗਰਮੀਆਂ ਅਤੇ ਸਰਦੀਆਂ ਦੇ ਦੋ ਲਹਿਦਾ ਬੈਡਰੂਮ ਹੈ। ਤੁਹਾਨੂੰ ਮੈਂ ਦੱਸਿਆ ਕਿ ਉਦੋਂ ਏਸੀ ਨਹੀਂ ਸੀ ਹੈਗੇ, ਲੇਕਿਨ ਉਹਨਾਂ ਨੇ ਆਪਣੇ ਸਿਸਟਮ ਇਸ ਤਰ੍ਹਾਂ ਦਾ ਕੀਤਾ ਸੀ ਕਿ ਤੁਹਾਨੂੰ ਜਿਹੜਾ ਕਮਰੇ ਦੇ ਅੰਦਰ, ਕਿਉਂਕਿ ਸਲੀਪਿੰਗ ਚੈਂਬਰ 'ਚ ਤੁਹਾਨੂੰ ਪਤਾ ਦਿਨ ਦੇ ਟਾਈਮ 'ਤੇ ਤਾਂ ਹਵਾ ਦੇਣ ਵਾਲੇ ਦਰਬਾਰੀ ਹੁੰਦੇ ਨੇ, ਸਲੀਪਿੰਗ ਚੈਂਬਰ 'ਚ ਅਲਾਊਡ ਨਹੀਂ ਸੀ। ਉਸ ਸੂਰਤ 'ਚ ਫਿਰ ਉਹਨਾਂ ਨੇ ਵੈਂਟੀਲੇਸ਼ਨ ਪੁਆਇੰਟ, ਦੀਵਾਰਾਂ ਇੰਨੀਆਂ ਮੋਟੀਆਂ ਰੱਖੀਆਂ ਸੀ ਕਿ ਬਾਹਰ ਉਹ ਗਰਮੀ ਅੰਦਰ ਨਾ ਆ ਸਕੇ, ਸਾਰੇ ਸਿਸਟਮ ਉਹਨਾਂ ਨੇ ਅਪਲਾਈ ਕੀਤੇ ਸੀ। ਹੁਣ ਉਹ ਲਾਸਟ ਵਾਲੇ ਬੈਡਰੂਮ 'ਚ ਦੇਖ ਲਓ, ਤੁਹਾਨੂੰ ਇੱਕ ਵੀ ਵੈਂਟੀਲੇਸ਼ਨ ਸਿਸਟਮ ਨਹੀਂ ਨਜ਼ਰ ਆ ਰਿਹਾ, ਇੱਕ ਵੀ ਵਿੰਡੋ ਨਹੀਂ ਨਜ਼ਰ ਆ ਰਹੀ। ਦਿਸ ਵਨ ਇਜ਼ ਪਿਓਰਲੀ ਰਿਜ਼ਰਵ ਫॉर द ਵਿੰਟਰ, ਕਿ ਇਹਦੇ ਅੰਦਰ ਜਿਹੜਾ ਨਾ ਅੱਗੇ ਜਦੋਂ ਇਹਦੇ ਅੱਗੇ ਉਹ ਪਾਣਗੇ, ਉਹ ਕੀ ਉਹਨੂੰ ਕਹਿੰਦੇ ਨੇ, ਤਰਪਾਲ ਕਹਿ ਲਓ ਜਾਂ ਲੱਕੜੀ ਦੀ ਜਿਹੜੀ ਖੂਬਸੂਰਤ ਬਲਾਈਂਡ ਹੁੰਦੀ ਹੈ, ਉਹ ਜਦੋਂ ਅੱਗੇ ਕਰ ਦੇਣਗੇ ਤੇ ਇਟ ਮੀਨਸ ਕਿ ਅੰਦਰ ਜਿਹੜਾ ਨਾ ਟੈਂਪਰੇਚਰ ਮੇਨਟੇਨ ਹੋ ਜਾਏਗਾ। ਫਿਰ ਇਹਦੇ ਅੰਦਰ ਜਿਹੜਾ ਫਾਇਰ ਪੁਆਇੰਟ ਬਣਾਏ ਗਏ ਸੀ, ਅੱਗ ਉਹਦੇ ਜਲਦੀ ਸੀ, ਗਰਮ ਹੋ ਜਾਂਦੇ ਸੀ। ਇਹ ਕਮਰੇ ਦੇ ਅੰਦਰ 4 ਵੈਂਟੀਲੇਸ਼ਨ ਪੁਆਇੰਟ ਬਣਾਏ ਨੇ। ਇਹਦੇ ਅੰਦਰ ਫਾਊਂਟੇਨ ਵੀ ਲਗਾਇਆ। ਜੂਨ ਜੁਲਾਈ ਇਜ਼ ਅ ਮੈਕਸਿਮਮ ਟੈਂਪਰੇਚਰ ਹੇਅਰ ਇਨ ਲਾਹੌਰ। ਫਿਰ ਇਹ ਵਾਲੇ ਬੈਡਰੂਮ ਦੇ ਅੰਦਰ ਫਾਊਂਟੇਨ ਲਗਾਇਆ ਗਿਆ, ਬੈਡਰੂਮ ਦੇ ਅੰਦਰ ਹੀ। ਸੋ ਹਰ ਸੀਜ਼ਨ, ਹਰ ਮੰਥ ਵਾਸਤੇ ਦੇ ਹੈਵ ਅਰੇਂਜਮੈਂਟ।
सजा छिपा लो भाई पिक्चर नहीं लाओ ज़रा प्लीज़, थोड़ा सा ज़रा आपकी मेहरबानी। सो एवरी बेडरूम हैव ਕਿਹੜੇ ਗੁਰੂ ਵਾਸਤੇ ਘੋੜੇ ਨੇ ਲੈ ਕੇ ਆ ਰਹੇ ਸੀ। ਬਿਧੀ ਚੰਦ ਨੂੰ ਲਾਈਕ ਕਿ ਜਦੋਂ ਪਹਿਲੇ ਪਤਾ ਲੱਗਾ ਕਿ ਮੇਰੇ ਗੁਰੂ ਦੇ 2 ਘੋੜੇ ਮੁਗਲਾਂ ਨੇ ਕਿਲੇ 'ਚ ਕੈਦ ਕਰ ਲਏ, ਲਾਈਕ ਫॉर द ਬਿਧੀ ਚੰਦ ਇਟਸ ਨੋਟ ਅ ਕਿੰਗ, ਇਟਸ ਅ ਮੁਗਲ, ਕਿ ਮੁਗਲਾਂ ਨੇ ਮੇਰੇ ਗੁਰੂ ਦੇ 2 ਘੋੜੇ ਕੈਦ ਕਰ ਲਏ ਨੇ। ਬਿਧੀ ਚੰਦ ਆਰਡਰ ਦੀ ਇੱਕ ਚੋਰ ਹੈਗਾ ਸੀ, ਲੇਕਿਨ ਜਦੋਂ ਉਹ ਗੁਰੂ ਹਰਗੋਬਿੰਦ ਜੀ ਨਾਲ ਮਿਲਿਆ ਤਾਂ ਉਹਨੇ ਚੋਰੀ ਛੱਡਤੀ। ਲੇਕਿਨ ਜਦੋਂ ਉਹਨੂੰ ਦੁਬਾਰਾ ਪਤਾ ਲੱਗਾ ਕਿ ਮੇਰੇ ਗੁਰੂ ਦੇ 2 ਘੋੜੇ ਮੁਗਲਾਂ ਨੇ ਕੈਦ ਕਰ ਲਏ, ਹੀ ਸੈਡ आई वॉन्ट टू बिकम अ थीफ अगेन, मैं चोर दोबारा बनांगा। लाहौर के किले लाहौर च आया, सब ना पहले उन्हें लाहौर च इत्थे आके ਜਿਹੜੇ ਉਹਦੇ ਖਾਸ ਲੋਕ ਸੀ ਜਿਹੜੇ ਕਿ ਜਾਨਵਰਾਂ ਦੀ ਦੇਖਭਾਲ ਕਰਦੇ ਸੀ, ਉਹਨਾਂ 'ਚ ਉਹਨਾਂ ਦੇ ਘੋੜੇ ਵੀ ਸੀ, ਉਹਨਾਂ 'ਚ ਉਹਨਾਂ ਦੇ ਹਾਥੀ ਵੀ ਸੀ। ਉਹਨਾਂ ਦਾ ਪਹਿਲੇ ਇਤਮਾਦ ਜਿੱਤ ਕੇ ਤੇ ਕਿਲੇ ਦੇ ਅੰਦਰ ਆ ਗਿਆ। ਪਹਿਲੇ ਦਿਨ ਪਹਿਲਾਂ ਜਦੋਂ ਉਹਨੇ ਘੋੜਾ ਕੱਢਣਾ ਸੀ, ਸਾਰਿਆਂ ਨੂੰ ਜਿਹੜਾ ਉਹਨੇ ਵਾਫਰ ਮਿਕਦਾਰ 'ਚ ਸ਼ਰਾਬ ਪਿਲਾਈ ਔਰ ਉਹ ਸਾਰੇ ਜਿਹੜੇ ਬੇਹੋਸ਼ ਹੋ ਗਏ ਤੇ ਪਹਿਲਾ ਘੋੜਾ ਇੱਥੋਂ ਬੈਕ ਸਾਈਡ ਤੋਂ ਕੱਢ ਕੇ ਲੈ ਗਿਆ। ਹੁਣ ਜਦੋਂ ਇੱਧਰੋਂ ਲੈ ਕੇ ਉਹ ਦਿਲਬਾਗ ਨੂੰ ਲੈ ਕੇ ਚਲਾ ਗਿਆ, ਹੀ ਫਾਊਂਡ ਕਿ ਦਿਲਬਾਗ ਜਿਹੜਾ ਨਾ ਖਾਣ ਪੀਣ ਨਹੀਂ ਸਹੀ ਦਿਆ। ਉਹਦੇ ਜ਼ੇਨ 'ਚ ਆਇਆ ਕਿ ਸ਼ਾਇਦ ਇਹ ਸ਼ੁਰੂ ਤੋਂ ਹੀ ਇਕੱਠੇ ਦੋਨੇ ਰਹੇ ਨੇ ਤੇ ਮੈਂ ਲਹਿਦਾ ਕਰਤਾ ਤੇ ਸ਼ਾਇਦ ਇਸ ਲਈ ਨਹੀਂ ਖਾ ਰਿਹਾ। ਉਹ ਫਿਰ ਇੱਧਰ ਆ ਗਿਆ। ਫਿਰ ਦੂਜੀ ਵਾਰੀ ਜਿਹੜਾ ਨਾ ਉਹਨੇ ਪੂਰਾ ਜਿਹੜਾ ਨਜੂਮੀ ਬਣ ਕੇ ਆਇਆ ਤੇ ਹੁਲੀਆ ਉਹਨੇ ਇਹੋ ਜਿਹਾ ਕਰ ਲਿਆ ਤੇ ਆ ਕੇ ਉਹਨੇ ਸਿੱਧਾ ਇੱਕ ਹੀ ਗੱਲ ਕੀਤੀ। ਉਹਨੇ ਕਿਹਾ ਮੈਂ ਬਾਦਸ਼ਾਹ ਨੂੰ ਦੱਸਾਂਗਾ ਕਿ ਪਹਿਲਾ ਘੋੜਾ ਕਿੱਥੇ, ਕਿਉਂਕਿ ਬਾਦਸ਼ਾਹ ਨੂੰ ਵੀ ਬੜਾ ਗੁੱਸਾ ਸੀ ਕਿ ਮੈਂ ਜਿਹੜੇ ਫੇਵਰੇਟ ਘੋੜੇ ਨੇ ਉਹ ਲੈ ਗਿਆ। ਸੋ ਇੱਥੇ ਆ ਗਿਆ। ਉਹਨੇ ਕੋਈ ਹਫਤਾ 10 ਦਿਨ 15 ਦਿਨ ਇੱਥੇ ਸਟੇ ਕੀਤਾ। ਫਾਈਨਲੀ ਉਹਨੇ ਬਾਦਸ਼ਾਹ ਨੂੰ ਕਿਹਾ ਕਿ ਅੱਜ ਰਾਤ ਮੇਰੇ ਮੋਕਲਾਂ ਨੇ ਨਾ ਮੈਨੂੰ ਦੱਸਣਾ ਕਿ ਉਹ ਘੋੜਾ ਕਿੱਥੇ ਹੈਗਾ। ਲੇਕਿਨ ਉਹਦੇ ਵਾਸਤੇ ਕਰਨਾ ਕੀ ਕਿ ਤੁਹਾਨੂੰ ਸਾਰਿਆਂ ਨੂੰ ਮੈਨੂੰ ਕਮਰੇ 'ਚ ਬੰਦ ਕਰਨਾ ਪਏਗਾ, ਕਿਉਂਕਿ ਉਹ ਮੋਕਲ ਜਿਹੜੇ ਨੇ ਉਹ ਖਤਰਨਾਕ ਹੁੰਦੇ ਨੇ, ਤੁਹਾਡੇ 'ਤੇ ਹਮਲਾ ਵੀ ਕਰ ਸਕਦੇ। ਸੋ ਸੇਮ ਨਾਈਟ ਉਹਨੇ ਸਾਰਿਆਂ ਨੂੰ ਕਮਰਿਆਂ 'ਚ ਬੰਦ ਕੀਤਾ, ਬਾਹਰੋਂ ਕੁੰਡੀ ਲਾਈ ਤੇ ਦੂਜਾ ਘੋੜਾ ਵੀ ਲੈ ਕੇ ਕੱਢ ਕੇ ਨਿਕਲ ਗਿਆ। ਘੋੜਾ ਲੈ ਕੇ ਗਿਆ ਨਾਲ ਕਿਹਾ ਕਿ ਪਹਿਲਾਂ ਵੀ ਮੈਂ ਹੀ ਲੈ ਕੇ ਗਿਆ ਸੀ, ਅਭੀ ਮੈਂ ਹੀ ਲੈ ਕੇ ਜਾਊਂਗਾ। ਔਰ ਉਸ ਟਾਈਮ ਫਿਰ ਸ਼ਾਹਜਹਾਨ ਨੇ ਜਿਹੜਾ ਸਭ ਨਾਲ ਪਹਿਲਾ ਕੰਮ ਕੀਤਾ ਸੀ, ਹੀ ਰਿਮੂਵ ਦਾ ਰੈਂਪ ਓਵਰ देयर, ਉਹ ਡਿਮੋਲਿਸ਼ ਕਰ ਦਿੱਤਾ ਗਿਆ ਰੈਂਪ। ਔਰ ਇਹਦੇ ਬਾਅਦ ਇੱਕ ਐਨਦਰ ਡਿਫੈਂਸ ਵਾਲ ਵੀ ਫਿਰ ਤਮੀਰ ਕਰ ਦਿੱਤੀ ਗਈ। ਇੱਥੇ ਦੱਸੋ ਰਾਵੀ ਇੱਥੋਂ ਬਹਿੰਦਾ ਸੀ ਨਾ? ਰਾਵੀ ਬਿਲਕੁਲ ਕਿਲੇ ਦੀ ਦੀਵਾਰ ਦੇ ਨਾਲ ਸੀ। A branch of river Ravi just flowing outside the wall of this fort, and this one is actually not a original river Ravi। ਉਹ ਬ੍ਰਾਂਚ ਜਿਹੜੀ ਸੀ ਮੁਗਲ ਖੁਦ ਕਿਲੇ ਤੱਕ ਲੈ ਕੇ ਆਏ ਸੀ ਕਿ ਉਹ ਜਦੋਂ ਵੀ ਇੱਥੇ ਲਾਹੌਰ ਚਾਹਣ ਤੇ ਉਹਨਾਂ ਦੀ ਬੋਟ ਉਹਨਾਂ ਨੂੰ ਕਿਲੇ ਦੇ ਦਰਵਾਜ਼ੇ ਤੇ ਉਤਾਰੇ ਔਰ ਉੱਥੇ ਉਹਨਾਂ ਦੇ ਹਾਥੀ ਖੜੇ ਹੋਣ, ਉਹ ਹਾਥੀ ਤੇ ਬਹਿਣ ਤੇ ਕਿਲੇ ਦੇ ਅੰਦਰ ਆ ਜਾਣ। ਸੋ ਬ੍ਰਾਂਚ ਖੁਦ ਲੈ ਕੇ ਆਏ ਔਰ ਆਪਣੇ ਵਾਸਤੇ ਜਿਹੜਾ ਨਾ ਉਹ ਮੁਸੀਬਤ। ਉਹੀ ਰਿਵਰ ਹੈ ਜਿਹੜਾ ਫਿਰ ਡੇਰਾ ਸਾਹਿਬ ਤੋਂ ਉਹਨਾਂ ਦਾ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਚੁਬੀ ਲਈ, ਇਹ ਉਹੀ ਵਾਲਾ ਦਰਿਆ ਦਾ ਲਿੰਕ ਹੈ। ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਨੇ ਜਿਹੜਾ 1605 ਚ ਕੈਦ ਕੀਤਾ ਸੀ, ਐਂਡ ਆਫਟਰ ਦਾ 2 years ਟੋਰਚਰ ਅਮਰ ਹੋਣ ਵਾਸਤੇ ਇੱਕ ਸਟੇਟਮੈਂਟ ਜਿਹੜੀ ਮੈਂ ਰਿਸਰਚ ਕੀਤੀ, ਲਾਈਕ ਇਟਸ ਨੋਟ ਮਾਈ ਰਿਲੀਜਨ, ਯੂ ਨੋ ਬੈਟਰ ਫॉर ਰਿਗਾਰਡਿੰਗ ਗੁਰੂ ਅਰਜਨ ਦੇਵ ਜੀ। ਮੇਰੇ ਬੋਲਣ 'ਚ ਅਗਰ ਕੋਈ ਗਲਤੀ ਹੋਏ ਤਾਂ ਉਹ ਤੁਹਾਨੂੰ ਆਈਡੀਆ ਕਿ ਮੇਰਾ ਔਰ ਤੁਹਾਡਾ ਫਰਕ ਹੈ, ਲੇਕਿਨ ਮੈਂ ਜਿਹੜੀ ਸਟੱਡੀ ਕੀਤੀ ਹੈ, ਗੁਰੂ ਅਰਜਨ ਦੇਵ ਜੀ ਨੂੰ ਜਦੋਂ ਇੱਥੇ ਕੈਦ ਕੀਤਾ ਗਿਆ, ਉਹਨਾਂ ਨੂੰ 2 ਸਾਲ ਦਾ ਟੌਰਚਰ ਵੀ ਕੀਤਾ ਗਿਆ। ਦੈਨ ਜਹਾਂਗੀਰ ਨੇ ਉਹਨੂੰ ਬੁਲਾਇਆ ਔਰ ਉਹਨੂੰ ਸਿਰਫ ਇੱਕ ਗੱਲ ਕਹੀ ਕਿ ਚੇਂਜ ਦਾ ਰਿਲੀਜਨ ਐਂਡ ਮੈਂ ਤੈਨੂੰ ਫ੍ਰੀ ਕਰ ਦਾਂਗਾ। ਸੋ ਉਹ ਇੱਕ ਸਟੇਟਮੈਂਟ ਜਿਹੜੀ ਸੀ ਨਾ, ਉਹ ਸਟੇਟਮੈਂਟ ਅਮਰ ਕਰਤੀ ਹੀ ਰਿਫਿਊਜ਼ਿਸ ਨੋ। ਉਹਨੇ ਕਿਹਾ ਕਿ ਮੈਂ ਤੈਨੂੰ ਫ੍ਰੀ ਕਰ ਦਾਂਗਾ, ਨਹੀਂ ਤਾਂ ਮੈਂ ਤੈਨੂੰ ਮਾਰ ਦਾਂਗਾ, ਆਪਣਾ ਰਿਲੀਜਨ ਚੇਂਜ ਕਰ ਲਾ। ਸੋ ਹੀ ਰਿਫਿਊਜ਼ਿਸ, ਹੀ ਸੈਡ ਆਈ ਵੁੱਡ ਲਾਈਕ ਟੂ ਡਾਈ in a same religion। so then ਜਹਾਂਗੀਰ ਨੇ ਉਹਨੂੰ ਕਿਹਾ ਕਿ ਇਹਨੂੰ ਮਾਰ ਦਿਓ। ਸੋ ਉਦੋਂ ਉਹਨਾਂ ਨੇ ਇੱਕ ਖੁਆਇਸ਼ ਜ਼ਾਹਿਰ ਕੀਤੀ ਕਿ ਮੇਰੀ ਇੱਕ ਲਾਸਟ ਵਿਸ਼ ਹੈਗੀ ਹੈ, ਮੈਂ ਹਜ਼ਰਤ ਮੀਆਂ ਮੀਰ ਨਾਲ ਮਿਲਣਾ ਚਾਹੁੰਦਾ। ਸੋ ਮੀਆਂ ਮੀਰ ਨਾਲ ਉਹਨਾਂ ਨੇ ਮੁਲਾਕਾਤ ਕਰਾਈ ਗਈ। ਮੀਆਂ ਮੀਰ ਨੂੰ ਉਹਨਾਂ ਨੇ ਰਿਕੁਐਸਟ ਕੀਤੀ ਕਿ ਆਈ ਵਾਂਟ ਟੂ ਟੇਕ ਅ ਬਾਥ ਇਨਸਾਈਡ ਦ ਰਿਵਰ ਰਾਵੀ, ਲਾਈਕ ਸਥਾਨ ਲੈਣਾ ਚਾਹੁੰਦੇ। ਹੀ ਗੋ ਦੇਰ ਐਂਡ ਕੈਨ ਨੋਟ ਕੇਮ ਬੈਕ, ਹੀ ਡਿਸਅਪੀਅਰ। ਸੋ ਸੇਮ ਪਲੇਸ 'ਤੇ ਫਿਰ ਜਹਾਂਗੀਰ ਨੂੰ ਲੇਟਰ ਰਿਅਲਾਈਜ਼ ਹੋਇਆ ਕਿ ਉਹਨੇ ਗਲਤ ਕੰਮ ਕੀਤਾ। ਸੋ ਉਹਨੇ ਆਰਡਰ ਕੀਤਾ ਕਿ ਇੱਥੇ ਜਿਹੜਾ ਉਹਨਾਂ ਦੀ ਸਮਾਧ ਤਮੀਰ ਕਰਵਾਈ ਜਾਏ ਔਨ ਦ ਸੇਮ ਪਲੇਸ ਵੇਅਰ ਹੀ ਡਿਸਅਪੀਅਰ। ਉਹਦੇ ਵਾਸਤੇ ਨਾ ਸਿਰਫ ਉਹਨਾਂ ਨੇ ਸਮਾਧ ਤਮੀਰ ਕਰਵਾਈ, ਉਸ ਜਗ੍ਹਾ ਤੋਂ ਰਿਵਰ ਰਾਵੀ ਨੂੰ ਵੀ ਡਾਇਵਰਟ ਕਰਵਾਇਆ ਗਿਆ ਸੀ। ਠੇਕਾ ਤੁਹਾਡੇ ਕੋਲ ਸਟੇਟਾਂ ਦਾ ਵੀ? ਜਿਸ ਤਰ੍ਹਾਂ ਤੁਸੀਂ ਸੁਣਿਆ ਹੋਣਾ ਨਾ ਲਾਲ ਚੰਦਨ ਦੀ ਕੀ ਖਾਸੀਅਤ ਹੈ? ਕਿਸੇ ਨੂੰ ਆਈਡੀ ਹਕੂਮਤ ਹੈ ਤਾਂ ਮੁਸਲਮਾਨਾਂ ਨੂੰ ਸਿਰਫ ਆਜ਼ਾਦੀ ਸੀ, ਰੈਸਟ ਆਫ ਦ ਰਿਲੀਜਨ ਇਜ਼ ਨੋਟ ਫ੍ਰੀ ਫॉर ਪ੍ਰੇਅਰ। ਸੋ ਨਾਗ ਟੈਂਪਲ ਜਿਹੜੇ ਕਿਲੇ ਦੇ ਅੰਦਰ ਬਣਵਾਇਆ ਗਿਆ ਸੀ, ਡੇਰਾ ਸਾਹਿਬ ਲੇਟਰ ਔਨ ਇੱਥੇ ਪ੍ਰਕਾਸ਼ ਕੀਤਾ ਗਿਆ ਚੁੱਲਾ ਸ਼ਹੀਦ ਦਾ ਤੇ ਗੁਰੂ ਗ੍ਰੰਥ ਸਾਹਿਬ ਦਾ। ਲੇਟਰ ਔਨ ਲਾਈਕ 1930 1932 'ਚ ਜਿਹੜਾ
ਪ੍ਰੋਪਰ ਇੱਥੇ ਸਿੱਖ ਕਮਿਊਨਿਟੀ ਬਣੀ ਔਰ ਦੈਨ ਫਿਰ ਜਿਹੜਾ ਨਾ ਇਹਨੂੰ ਡੇਰਾ ਸਾਹਿਬ ਨੂੰ ਪ੍ਰੋਪਰ ਜਿਹੜਾ ਹੈ ਗੁਰਦੁਆਰੇ ਦੀ ਸ਼ਕਲ 'ਚ ਇਹਨਾਂ ਨੂੰ ਇਹਦੇ ਅੰਦਰ ਪ੍ਰਕਾਸ਼ ਕੀਤਾ ਗਿਆ ਚੁੱਲ੍ਹਾ ਸ਼ਰੀਫ ਦਾ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਇੱਥੇ ਰੱਖੀ ਗਈ। ਉਸ ਤੋਂ ਪਹਿਲੇ ਗੁਰੂ ਅਰਜਨ ਦੇਵ ਜੀ ਦੀ ਸਮਾਧ ਸੀ, ਦੈਨ ਲੇਟਰ ਔਨ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ 1838 'ਚ ਸਮਾਧ ਬਣਾਈ ਗਈ, ਉਹਨਾਂ ਦੀ ਐਸ਼ਿਜ਼ ਰੱਖੀ ਗਈ। ਉਹਦਾ ਪ੍ਰੋਪਰ ਮੈਂ ਤੁਹਾਨੂੰ ਜਿਹੜਾ ਇੱਕ ਫਰੇਮ ਹੈ ਉਹ ਵੀ ਤੁਹਾਨੂੰ ਦਿਖਾਵਾਂਗਾ। ਆਈ ਹੈਵ ਅ ਪੋਰਟਰੇਟ ਲਾਈਕ ਮੈਂ ਕੋਈ ਅਰਾਊਂਡ 200 ਈਅਰ ਓਲਡ ਇੱਕ ਮੇਰੇ ਕੋਲ ਬੁੱਕ ਦਾ ਰੈਫਰੈਂਸ ਹੈਗਾ ਜਿਹਦੇ 'ਚ ਉਹ ਬੰਦੇ ਨੇ ਪੇਂਟਿੰਗ ਬਣਾਈ ਹੈ। ਤੁਸੀਂ ਦੇਖਿਆ ਜਦ ਡੇਰਾ ਸਾਹਿਬ ਦੇਖ ਲਿਆ ਸਾਰਿਆਂ ਨੇ? ਸੋ ਉਹ ਥੋੜ੍ਹਾ ਜਿਹਾ ਸਟਰਕਚਰ ਚੇਂਜ ਹੋਇਆ ਹੁਣ। ਚਲੋ ਆਪਾਂ ਲੈ ਲਾਂਗੇ ਔਰ ਇਹ ਛੋਟੇ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਉਹਨਾਂ ਦੀ ਬੇਗਮਾਂ ਦੀ ਤੇ ਜਿਹੜੇ ਉਹਨਾਂ ਦੇ ਖਾਸ ਪਰਿੰਦੇ ਹੈਗੇ ਸੀ ਉਹ ਵੀ ਉਹਨਾਂ ਦੀ ਜਦੋਂ ਅਸਥੀਆਂ ਨੂੰ ਜਿਹੜਾ ਨੇ ਇੱਥੇ ਸੇਫ ਕਰਕੇ ਰੱਖਿਆ ਗਿਆ ਸੀ। ਇਹ ਅਸਲ ਹੁਣ ਰਿਮੂਵ ਕਰਤਾ, ਉਹਦੀ ਵਜ੍ਹਾ ਹੈਗੀ ਹੈ। ਉਹਦੀ ਵਜ੍ਹਾ ਕੀ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸਮਾਧ ਥੱਲੇ ਸੀ ਔਰ ਇਹ ਐਸ਼ੀਜ਼ ਉੱਤੇ ਪਈਆਂ ਸੀ। ਮੈਨੂੰ ਕੀ ਮਿਲੇਗਾ ਇਹ ਵੀ ਦੱਸੋ। ਚਲੋ ਵਾਪਸੀ ਸਹੀ, ਵਾਪਸੀ ਸੀ। कैसे हैं आप सुनाए कितने भाई कितने? कल तुमने बंद कर दिया किला, कल हम कितने करा के ले गए? कितने साल 24। आज शीश महल का टाइम खत्म हो। सर प्लीज़ आज मैंने टिकट्स ले ली हुई है ना, असल में मैं अपने गेस्ट क्रॉस करा लूँ, बस मेरे ये यहाँ तक है। सो ਇਹ ਸਾਹਮਣੇ ਜਿਹੜਾ ਤੁਹਾਨੂੰ ਪੁਆਇੰਟ ਨਜ਼ਰ ਆ ਰਿਹਾ, ਦਿਸ ਵਨ ਇਜ਼ ਅ ਪਬਲਿਕ ਕੋਰਟ ਆਫ ਮਹਾਰਾਜਾ ਰਣਜੀਤ ਸਿੰਘ 8 ਦਰਾ 1835 ਚ। I told you there a public court is shifted from that place to another place due to one reason. What is that? ਇਹ ਸੰਗਤ ਨੇ ਅੱਜ ਦਾ ਦਿਨ ਜਿਹੜਾ ਹੈ ਉਹ ਕਾਫੀ ਜ਼ਿਆਦਾ ਇੰਜੋਏ ਕੀਤਾ ਹੈ। ਫਸਟ ਆਫ ਆਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅਸੀਂ ਫੋਰਟ 'ਚ ਮੌਜੂਦ ਹਾਂ ਤੇ ਮੇਰੇ ਪਿੱਛੇ ਜਿਹੜੀ ਬਿਲਡਿੰਗ ਵੇਖ ਰਹੇ ਹੋ ਹੈ ਵਾਈਟ ਬਿਲਡਿੰਗ, ਖੂਬਸੂਰਤ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ, ਡੇਰਾ ਸਾਹਿਬ ਦੀ ਬਿਲਡਿੰਗ ਹੈ, ਉਹਦੇ ਨਾਲ ਬਾਦਸ਼ਾਹੀ ਮੌਸਕ। ਤੇ ਅਸੀਂ ਲਾਹੌਰ ਫੋਰਟ 'ਚ ਸਾਂ। ਅੱਜ ਦਾ ਪੂਰਾ ਦਿਨ ਜਿਹੜਾ ਹੈ ਉਹ ਅਸੀਂ ਲਾਹੌਰ ਬੱਸ ਟੂਰ ਕੀਤਾ। ਉਹਦੇ ਤੋਂ ਬਾਅਦ ਸ਼ਹੀਦ ਭਗਤ ਸਿੰਘ ਜੀ ਦੀ ਗੈਲਰੀ ਔਰ ਉਹ ਕੋਰਟ ਰੂਮ ਵੇਖਿਆ ਜਿੱਥੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ। ਤੇ ਹੁਣ ਸਾਡਾ ਸ਼ਾਮ ਹੋ ਗਈ ਹੈ ਔਰ ਟੂਰ ਜਿਹੜਾ ਹੈ ਲਾਹੌਰ ਫੋਰਟ ਦੇ ਟੂਰ ਨਾਲ ਮੁੱਕਿਆ ਹੈ। ਕਾਫੀ ਜ਼ਿਆਦਾ ਸਰਦੀ ਵੀ ਹੋ ਚੁੱਕੀ ਹੈ। ਹੁਣ ਇਹਦੇ ਤੋਂ ਬਾਅਦ ਸਾਡਾ ਹਵੇਲੀ 'ਚ ਡਿਨਰ ਹੈ ਸਾਰੀ ਸੰਗਤ ਦਾ। ਹਰ ਸਾਲ ਅਸੀਂ ਇਸੇ ਤਰ੍ਹਾਂ ਕਰੀਦਾ। ਇਹ ਸਾਰਾ ਕੁਝ ਵਿਖਾ ਕੇ ਉਹਨਾਂ ਨੂੰ ਇੱਕ ਡਿਨਰ ਹਵੇਲੀ 'ਚ ਵੀ ਦੇਈਦਾ। ਇਟਸ ਆਲ ਵੈਜੀਟੇਰੀਅਨ। ਆਪਣੀ ਸੰਗਤ ਦੀ ਔਰ ਆਪਣੀ ਮਰਿਆਦਾ ਦੇ ਮੁਤਾਬਿਕ ਸਾਰਾ ਕੁਝ ਅਰੇਂਜਮੈਂਟ ਉੱਥੇ ਕੀਤਾ ਗਿਆ। ਤੇ ਆਉਣ ਵਾਲੀਆਂ ਯਾਤਰਾ ਤੁਸੀਂ ਵੀ ਆਪਣੇ ਦਿੱਤੇ ਨੰਬਰ 'ਤੇ ਕਾਲ ਕਰੋ ਔਰ ਆਪਣੀ ਯਾਤਰਾ ਬੁੱਕ ਕਰਵਾਓ। ਤੇ ਹੁਣ ਅਸੀਂ ਚੱਲਾਂਗੇ ਹਵੇਲੀ ਔਰ ਉੱਥੇ ਜਾ ਕੇ ਜਿਹੜਾ ਵੇ ਡਿਨਰ ਕਰਾਂਗੇ ਤੇ ਕੱਲ੍ਹ ਦਾ ਪ੍ਰੋਗਰਾਮ ਸੰਗਤ ਦੇ ਨਾਲ ਸ਼ੇਅਰ ਕਰਾਂਗੇ, ਕਿਉਂਕਿ ਕੱਲ੍ਹ ਅਸੀਂ ਬਹੁਤ ਹੀ ਇੰਪੋਰਟੈਂਟ ਜਗ੍ਹਾ ਚੱਲੇ ਹਾਂ, ਜਨਮ ਸਥਾਨ ਨਨਕਾਣਾ ਸਾਹਿਬ ਤੇ ਨਾਲ ਹੀ ਉਹਦੇ ਹੋਰ ਜਿਹੜੇ 7 ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦਰਸ਼ਨ ਕਰਾਂਗੇ। ਤੇ ਚੱਲਦੇ ਹਾਂ ਹੁਣ ਹਵੇਲੀ ਨੂੰ। ਸੰਗਤਾਂ ਜਿਹੜੀਆਂ ਨੇ ਗੱਡੀ 'ਚ ਬਹਿ ਚੁੱਕੀਆਂ ਨੇ ਐਂਡ ਐਜ਼ ਆਈ ਸੈਡ ਕਿ ਇਟਸ ਰੀਲੀ ਕੋਲਡ ਟੁਡੇ ਬਟ ਦੇ ਆਰ ਹੈਪੀ, ਦੇ ਇੰਜੋਇੰਗ, ਕਿਉਂਕਿ ਟੂ ਬੀ ਓਨੈਸਟ ਲੰਡਨ ਜਿੰਨੀ ਕੋਲਡ ਹੈ ਨਹੀਂ ਗੀ ਬਟ ਇਟਸ ਸਟਿਲ ਕੋਲਡ ਬਟ ਇੰਜੋਇਡ। ਸੰਗਤ ਨੇ ਬਹੁਤ ਅੱਜ ਇੰਜੋਏ ਕੀਤਾ, ਸਾਰੀ ਸੰਗਤ ਬਹੁਤ ਹੈਪੀ ਹੈ। ਸੋ ਉਹਦੇ ਨਾਲ ਮੈਂ ਹਮੇਸ਼ਾ ਜਿਵੇਂ ਕਹਿਣਾ ਕਿ ਪਾਕਿਸਤਾਨ ਯਾਤਰਾ ਹੀ ਸਾਡਾ ਮਕਸਦ ਹੈ ਕਿ UK ਦੀਆਂ ਸੰਗਤਾਂ ਔਰ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਪਾਕਿਸਤਾਨ ਦੇ ਗੁਰੂ ਘਰ ਵਿਖਾਣੇ ਦੇ ਨਾਲ ਅਸੀਂ ਤੁਹਾਨੂੰ ਪਾਕਿਸਤਾਨ ਦਾ ਉਹ ਇਤਿਹਾਸ ਵੀ ਵਿਖਾਣੇ ਆ ਜਿਹੜਾ ਕਿ ਸਿੱਖੀ ਨਾਲ ਜੁੜਿਆ ਹੈ, ਜਿੱਥੇ ਕਿ ਤੁਹਾਡੀਆਂ ਰੂਟਸ ਜਿੱਥੇ ਜੁੜੀਆਂ ਨੇ। ਤੇ ਸਾਰਾ ਕੁਝ ਤੁਹਾਨੂੰ ਤੁਸੀਂ ਵੇਖ ਰਹੇ ਹੋ ਸਿੱਖ ਚੈਨਲ ਤੇ, ਔਰ ਸਿੱਖ ਚੈਨਲ ਐਂਡ ਗਿਲ ਟੂਰ ਦੀ ਯਾਤਰਾ ਹੈ ਜਿਹੜੀ ਪਾਕਿਸਤਾਨ ਆਈ ਹੈ 2025 'ਚ। ਆਪਣੀ ਆਉਣ ਵਾਲੀਆਂ ਯਾਤਰਾ, ਵਿਸਾਖੀ ਦੀ ਯਾਤਰਾ ਜਾਂ ਸਪਟੰਬਰ ਦੀ ਯਾਤਰਾ ਜਾਂ ਗੁਰਪੁਰਬ ਦੀ ਯਾਤਰਾ ਬੁੱਕ ਕਰਾਉਣ ਲਈ ਦਿੱਤੇ ਨੰਬਰਾਂ 'ਤੇ ਕਾਲਾਂ ਕਰੋ ਜੀ ਤੇ ਆਪਣੀਆਂ ਯਾਤਰਾ ਪਾਕਿਸਤਾਨ ਯਾਤਰਾ ਸਿੱਖ ਚੈਨਲ ਤੇ ਗਿਲ ਟੂਰ ਦੀਆਂ ਟੀਮਾਂ, ਸਿੱਖ ਚੈਨਲ ਦੀਆਂ ਟੀਮਾਂ ਜਿਹੜੀਆਂ ਨੇ ਯਾਤਰਾ ਲੈ ਕੇ ਪਾਕਿਸਤਾਨ ਪਹੁੰਚੀਆਂ ਨੇ। ਅੱਜ ਸਾਰਾ ਦਿਨ ਦੇ ਘੁੰਮਣੇ ਫਿਰਨੇ ਤੋਂ ਬਾਅਦ ਅਸੀਂ ਸੰਗਤਾਂ ਨੂੰ ਲੈ ਕੇ ਆ ਚੁੱਕੇ ਹਾਂ ਹਵੇਲੀ ਫੂਡ ਸਟਰੀਟ 'ਚ।
ਫੂਡ ਸਟਰੀਟ ਜਿਹੜੀ ਉਹ ਬਿਲਕੁਲ ਬਾਦਸ਼ਾਹੀ ਮੌਸਕ ਔਰ ਫਲੋਰ ਫੋਰਟ ਦੇ ਨਾਲ ਹੀ ਹੈਗੀ ਤੇ ਉੱਥੇ ਜਿਹੜਾ ਨਾ ਫੂਡ ਸਟਰੀਟ ਬਣੀ ਹੈ ਤੇ ਇੱਥੇ ਜਿਹੜਾ ਵੇ ਰੈਸਟੋਰੈਂਟ ਹੈ ਹਵੇਲੀ, ਜਿਹੜਾ ਹਰ ਸਾਲ ਅਸੀਂ ਆਪਣੀ ਸੰਗਤ ਨੂੰ ਇੱਥੇ ਲੈ ਕੇ ਆਈਦਾ। ਵੈਰੀ ਨਾਈਸ ਰੈਸਟੋਰੈਂਟ ਵਿਦ ਅ ਵੈਰੀ ਗੁੱਡ ਵਿਊ। ਉਹਦੇ ਪਿੱਛੇ ਵਿਊ ਜਿਹੜਾ ਹੈ ਉਹ ਡੇਰਾ ਸਾਹਿਬ ਦਾ ਵਿਊ ਹੈ ਔਰ ਸੰਗਤਾਂ ਜਦੋਂ ਵੀ ਆਉਂਦੀਆਂ ਨੇ ਦੇ ਫੀਲ ਵੈਰੀ ਹੈਪੀ ਕਿ ਉਹ ਜਦੋਂ ਬੈਠਦੀਆਂ ਨੇ ਤੇ ਪਿੱਛੇ ਵਿਊ ਜਿਹੜਾ ਹੈ ਉਹ ਡੇਰਾ ਸਾਹਿਬ ਦਾ ਵਿਊ ਹੈਗਾ ਉਹਦੀ ਬੈਕਗਰਾਊਂਡ ਵਿੱਚ। ਤੇ ਚੱਲਦੇ ਹਾਂ ਤੇ ਸੰਗਤਾਂ ਕੋਲੋਂ ਵੀ ਪੁੱਛਾਂਗੇ ਉਹਨਾਂ ਦਾ ਅੱਜ ਦਾ ਦਿਨ ਕੈਸਾ ਰਿਹਾ ਔਰ ਉਹ ਕਿਵੇਂ ਪਾਕਿਸਤਾਨ ਨੂੰ ਇੰਜੋਏ ਕਰ ਰਹੀਆਂ ਨੇ। ਅੰਕਲ ਜੀ ਕੈਸਾ ਜਾ ਰਿਹਾ ਜੀ ਪਾਕਿਸਤਾਨ ਦਾ ਟ੍ਰਿਪ ਆਪਦਾ? ਅੱਜ ਤੱਕ ਬਹੁਤ ਹੀ ਅੱਛਾ ਜਾ ਰਿਹਾ ਜੀ। ਸੰਗਤ ਬਹੁਤ ਹੀ ਜ਼ਿਆਦਾ ਖੁਸ਼ ਆ ਤੇ ਸੰਗਤ ਨੂੰ ਵੀ ਅਸੀਂ ਬਹੁਤ ਦਫਾ ਪੁੱਛਿਆ, ਹਰ ਵਾਰ ਪੁੱਛਦੇ ਰਹਿੰਦੇ ਹਾਂ ਕਿ ਮਤਲਬ ਉਹਨਾਂ ਨੂੰ ਕਿਸ ਤਰ੍ਹਾਂ ਲੱਗ ਰਿਹਾ ਤੇ ਸੰਗਤ ਬਹੁਤ ਜ਼ਿਆਦਾ ਖੁਸ਼ ਹੈ ਜੀ। ਤੇ ਹੁਣ ਅੱਜ ਦਾ ਜਿਹੜਾ ਟੂਰ ਹੈ ਅਸੀਂ ਸਵੇਰੇ ਨਿਕਲੇ ਸੀਗੇ ਤੇ ਅੱਜ ਅਸੀਂ ਪਹਿਲਾਂ ਆਪਣਾ ਬੱਸ ਦਾ ਸਫ਼ਰ ਕੀਤਾ ਜੀ, ਓਪਨ ਬੱਸ ਜਿਹੜੀ ਆ ਲਾਹੌਰ ਦਾ ਟੂਰ ਕੀਤਾ। ਉਸ ਤੋਂ ਬਾਅਦ ਅਸੀਂ ਮਤਲਬ ਭਗਤ ਸਿੰਘ ਦੇ ਜਿੱਥੇ ਭਗਤ ਸਿੰਘ ਨੂੰ ਮਤਲਬ ਫਾਂਸੀ ਦਾ ਹੁਕਮ ਸੁਣਾਇਆ ਗਿਆ ਸੀ ਉਸ ਕੋਰਟ ਵਿੱਚ ਗਏ। ਉਸ ਤੋਂ ਬਾਅਦ ਅਸੀਂ ਮਹਾਰਾਜਾ ਰਣਜੀਤ ਸਿੰਘ ਸਮਾਧੀ ਉਹਦਾ ਕਿਲ੍ਹਾ ਦੇਖਿਆ ਜੀ। ਤੇ ਹੁਣ ਅਸੀਂ ਆਏ ਹਾਂ ਜੀ ਉਹ ਤਾਂ ਆਪਾਂ ਚੱਲਦੇ ਰੈਸਟੋਰੈਂਟ ਤੇ ਉੱਤੇ ਜਾ ਕੇ ਖਾਣਾ ਖਾਂਦੇ ਹਾਂ ਤੇ ਨਾਲੇ ਆਪਾਂ ਸੰਗਤਾਂ ਨੂੰ ਪੁੱਛਾਂਗੇ ਜੀ ਤੇ ਉਹਨਾਂ ਨੂੰ ਕਿਸ ਤਰ੍ਹਾਂ ਲੱਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। वेलकम सर, वेलकम टू हवेली, वेलकम आगे आ ਹੁਣ ਸੰਗਤਾਂ ਅੰਦਰ ਆ ਰਹੀਆਂ ਨੇ ਤੇ ਸੰਗਤਾਂ ਨੂੰ ਇਹ ਵੈਲਕਮ ਕਰ ਰਹੇ ਨੇ। ਦੇਖੋ ਇਹਨਾਂ ਨੂੰ ਵੀ ਦਿਖਾਓ, ਇਹ ਸਾਰੇ ਮਤਲਬ ਤੇ ਸੰਗਤਾਂ ਨੂੰ ਵੈਲਕਮ ਕਰਦੇ ਨੇ ਤੇ ਹੁਣ ਇਹ ਆਪਾਂ ਨੂੰ ਲੈ ਕੇ ਚੱਲਣਗੇ। ਚਲੋ ਜੀ ਤੁਸੀਂ ਤੁਰੇ ਚੱਲੋ ਅੱਗੇ ਤੇ ਤੁਸੀਂ ਮਤਲਬ ਕੈਮਰਾਮੈਨ ਮੁਹਰੇ ਹੋ। ਆਓ ਜੀ ਆਓ ਜੀ। ਬਹੁਤ ਹੀ ਨਾਈਸ ਰੈਸਟੋਰੈਂਟ ਆ ਇਹ, 3-4 ਮੰਜ਼ਲੀ ਸਟੋਰੀ ਆ। ਜਦੋਂ ਉੱਤੇ ਜਾਵਾਂਗੇ ਤੁਹਾਨੂੰ ਉੱਥੋਂ ਬਹੁਤ ਹੀ ਗੁੱਡ ਵਿਊ ਦਿਸਣਗੇ। ਡੇਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਹੋਣਗੇ। ਤੇ ਇਹ ਲੈਫਟ ਵਿੱਚ ਜਾ ਰਹੇ ਨੇ, ਲੈਫਟ ਦੇ ਵਿੱਚ ਮੈਂ ਕਿਹਾ 5-6 ਬੰਦੇ ਜਾਂਦੇ ਨੇ ਤੇ ਦੂਸਰੀ ਲੈਫਟ ਵੀ ਤਿਆਰ ਹੈ ਜੀ। ਇਸ ਲੈਫਟ ਵਿੱਚ ਆ ਜਾਓ ਥੋੜ੍ਹੇ ਹਾਂਜੀ। ਤੇ ਕਿੰਨੇ ਬੰਦੇ ਬਹਿੰਦੇ ਨੇ ਲੈਫਟ ਵਿੱਚ ਜੀ? ਓਕੇ ਆ ਜਾਓ, ਤੁਸੀਂ ਵੀ ਆ ਜਾਓ, ਨਿਕਲ ਆਓ। ਜਦੋਂ ਉੱਤੇ ਜਾਵਾਂਗੇ ਤੁਹਾਨੂੰ ਠੰਡੀ ਹਵਾ ਵੀ ਲੱਗੂਗੀ ਤੇ ਬਾਹਰਲੇ ਪਾਸੇ ਵੀ ਤੁਸੀਂ ਬੈਠ ਸਕਦੇ ਹੋ, ਉੱਥੇ ਅੰਦਰਲੇ ਪਾਸੇ ਵੀ ਬੈਠ ਸਕਦੇ ਹੋ। ਇਨਸਾਈਡ ਆਊਟਸਾਈਡ ਦੋਨੋਂ ਸਾਈਡ ਉੱਤੇ ਹੈ ਜੀ। ਤੇ ਜਿਹਨੂੰ ਠੰਡ ਲੱਗੂ ਅੰਦਰ ਬਹਿ ਜੂ ਤੇ ਜਿਹਨੂੰ ਗਰਮੀ ਲੱਗੂ ਬਾਹਰ ਬਹਿ ਜੂਗਾ ਜੀ। ਤੇ ਉੱਥੋਂ ਤੁਸੀਂ ਵਿਊ ਦੇਖੋਗੇ ਲਾਹੌਰ ਦਾ, ਬਹੁਤ ਸੋਹਣਾ ਲੱਗੂਗਾ ਜੀ। ਡੇਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਉੱਤੋਂ ਹੁੰਦੇ ਨੇ ਜੀ ਤੇ ਆਪਾਂ ਨੂੰ ਇਹ ਕਿਲ੍ਹਾ ਵੀ ਦਿਖਦਾ ਜਿੱਥੋਂ ਆਪਾਂ ਆਏ ਹਾਂ ਜੀ। ਹਾਂਜੀ ਅੰਦਰ ਜਗ੍ਹਾ ਦਿਓ ਸਾਰੇ ਠੰਡੇ ਹੈਗੇ ਨੇ, ਬਹੁਤ ਠੰਡੇ ਤੇ ਆਪਣੀ ਸੰਗ ਜੋ ਹੈ ਇੱਥੇ ਉੱਤੇ 4ਥੀ ਫਲੋਰ ਤੇ ਆ ਕੇ ਬੈਠੀ ਹੈ। ਪਰ ਸੰਗਤ ਕੁਛ ਨਾ ਮਤਲਬ ਠੰਡ ਮਹਿਸੂਸ ਕਰ ਰਹੀ ਹੈ ਤੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਦੱਸੋ ਤੁਹਾਨੂੰ ਇੱਥੇ ਬੈਠ ਕੇ ਕਿਸ ਤਰ੍ਹਾਂ ਲੱਗ ਰਿਹਾ ਜੀ? ਮਤਲਬ ਮੌਸਮ ਦਾ ਪਹਿਲਾਂ ਦੱਸੋ, ਠੰਡ ਲੱਗ ਰਹੀ ਹੈ ਜੀ? ਠੀਕ ਹੈ ਜੀ। ਤੇ ਬਾਕੀ ਤੁਸੀਂ ਬਾਹਰਲਾ ਵਿਊ ਤੁਹਾਨੂੰ ਕਿੱਦਾਂ ਲੱਗਦਾ ਜੀ? ਆਪਣੇ ਗੁਰਦੁਆਰਾ ਡੇਰਾ ਸਾਹਿਬ ਵੀ ਦਿਖਦੇ ਨੇ, ਦਰਸ਼ਨ ਹੁੰਦੇ ਨੇ ਤੇ ਆਲਾ ਦੁਆਲਾ ਤੁਸੀਂ ਦੇਖੋ, ਤੁਹਾਨੂੰ ਵਿਊ ਤਾਂ ਇੱਥੇ ਨੰਬਰ 1 ਲੱਗਦਾ ਜੀ। ਪਰ ਤੇ ਜੇ ਮੌਸਮ ਸੋਹਣਾ ਹੋਇਆ ਕਿਤੇ ਰੱਬ ਕਰੇ ਗਰਮੀ ਹੋ ਤਾਂ ਆਪਾਂ ਫੇਰ ਦੁਬਾਰਾ ਇੱਥੇ ਇੱਕ ਦਿਨ ਆਵਾਂਗੇ। ਤੇ ਵੈਸੇ ਆਪਾਂ ਖਾਣਾ ਜੋ ਥੱਲੇ ਬਹਿ ਕੇ ਖਾਵਾਂਗੇ, ਆਪਾਂ 2-4 ਮਿੰਟ ਦਿਓ ਤੇ ਤੁਹਾਨੂੰ ਇਹ ਉੱਪਰ ਇਸੇ ਕਰਕੇ ਲਿਆਂਦਾ ਕਿ ਤੁਹਾਨੂੰ ਪਤਾ ਲੱਗ ਜਾਏ ਉੱਪਰ ਹੈ ਕੀ ਆ। ਓਰੀਜਨਲ ਚੀਜ਼ਾਂ ਹੀ ਆ। ਤੁਸੀਂ ਇਹ ਦੇਖੋ ਕਈ ਫਰਨੀਚਰ ਵੀ ਇਹ ਉਦੋਂ ਦਾ ਪਿਆ ਹੋਇਆ ਜੀ। ਤਾਂ ਬਿਲਕੁਲ ਇਹਨੂੰ ਕੁਛ ਇਸ ਤਰ੍ਹਾਂ ਦਾ ਨਹੀਂ ਕੀਤਾ ਗਿਆ ਕਿ ਕੋਈ ਮੀਨਾਕਾਰੀ ਕੀਤੀ ਗਈ ਜਾਂ ਇਹਨੂੰ ਕੀਤਾ ਗਿਆ। ਤੇ ਬਿਲਕੁਲ ਇਹਨੂੰ ਮਤਲਬ ਉਹੀ ਰੂਪ ਵਿੱਚ ਇਹਨੂੰ ਮਤਲਬ ਥੋੜ੍ਹਾ ਜਿਹਾ ਤਬਦੀਲ ਕੀਤਾ ਜੀ ਤੇ ਕਿਤੇ ਨਾ ਕਿਤੇ ਥੋੜ੍ਹੀ ਡੈਕੋਰੇਟ ਕੀਤੀ ਹੈ। ਪਰ ਇਹਨੂੰ ਓਰੀਜਨਲ ਉਹੀ ਮਤਲਬ ਬਿਲਡਿੰਗ ਆ ਤੇ ਉਹੀ ਮਤਲਬ ਜਗ੍ਹਾ। ਇਹ ਤਕਰੀਬਨ 500 ਸੀਟ ਦਾ ਮਤਲਬ ਰੈਸਟੋਰੈਂਟ ਹੈ ਜੀ। ਤਕਰੀਬਨ 7 ਸਟੋਰੀ ਇਹਦੀਆਂ ਹੈਗੀਆਂ ਜੀ। ਤੇ ਲੋਕੇਸ਼ਨ ਜਿਹੜੀ ਹੈ ਜੇ ਬਾਹਰਲੀ ਵੀ ਲੋਕੇਸ਼ਨ ਤੁਸੀਂ ਦੇਖਦੇ ਆ ਤੇ ਇਸ ਹਿਸਾਬ ਨਾਲ ਬਣਿਆ ਸੀ ਤੁਹਾਨੂੰ ਲੈਸਟਰ ਦੇ ਆਪਣੇ ਲਾਹੌਰ ਦੇ ਕਾਫੀ ਮਤਲਬ ਇਹ ਚੰਗੇ ਮਤਲਬ ਜਿਹੜੇ ਵਿਊ ਆ ਦਿਖਦੇ ਆ। ਇਹਦੇ ਤੋਂ ਆਪਾਂ ਨੂੰ ਗੁਰਦੁਆਰਾ ਡੇਰਾ ਸਾਹਿਬ ਵੀ ਦਿਖਦਾ ਹੈ, ਮਹਾਰਾਜ ਦਾ ਕਿਲ੍ਹਾ ਵੀ ਦਿਖਦਾ ਹੈ, ਹੋਰ ਵੀ ਕਈ ਬੜੀਆਂ ਸੋਹਣੀਆਂ ਬਿਲਡਿੰਗਾਂ ਜੋ ਇੱਥੋਂ ਵਿਊ ਦੇ ਬਾਹਰ ਦੇਖ ਸਕਦੇ ਹਾਂ। ਤੇ ਅਸੀਂ ਅੱਜ ਇੱਥੇ ਆ ਕੇ ਖਾਣਾ ਖਾਣ ਲੱਗੇ ਹਾਂ ਤੇ ਜਿਹੜੀ ਸੰਗਤ ਅਸੀਂ ਨਾਲ ਲਿਆਂਦੀ ਹੈ ਉਹ ਸੰਗਤ ਇਹ ਸਾਰੀ ਬੈਠੀ ਆ। ਤੇ ਹੁਣ ਖਾਣਾ ਆਏਗਾ, ਖਾਣਾ ਖਾਣ ਤੋਂ ਬਾਅਦ ਤੁਹਾਨੂੰ ਇੱਕ ਵਾਰ ਫਿਰ ਅਸੀਂ ਸੰਗਤ ਦੇ ਰਿਵਿਊ ਕਰਾਵਾਂਗੇ ਤੇ ਫਿਰ ਸੰਗਤ ਨੂੰ ਪੁੱਛਾਂਗੇ ਕਿ ਤੁਹਾਨੂੰ ਇਸ 'ਤੇ ਆਉਣ 'ਤੇ ਕਿਸ ਤਰ੍ਹਾਂ ਲੱਗਾ। ਤੇ ਅਸੀਂ ਤੁਹਾਨੂੰ ਮਿਲਦੇ ਹਾਂ ਜੀ ਥੋੜ੍ਹੇ ਟਾਈਮ ਬਾਅਦ। ਅਸੀਂ ਜੋ ਰੈਸਟੋਰੈਂਟ ਜਾਏ ਸੀ ਤੇ ਸੰਗਤ ਨੇ ਤੇ ਖਾਣਾ ਖਾ ਲਿਆ, ਖਾਣਾ ਲੱਗਾ ਹੋਇਆ ਹੈ, ਕੁਝ ਖਾ ਰਹੇ ਨੇ। ਤੇ ਇਹ ਖਾਣੇ ਦੀ ਵੈਰਾਈਟੀ ਆ ਜੋ
ਆਪਾਂ ਇਹਨਾਂ ਸੰਗਤ ਕੋਲੋਂ ਪੁੱਛਦੇ ਹਾਂ ਕਿ ਖਾਣਾ ਅੱਜ ਇਦਾਂ ਦਾ ਇੱਥੇ ਆਉਣ ਦਾ ਕੀ ਮਤਲਬ ਕਿਸ ਤਰ੍ਹਾਂ ਲੱਗਾ, ਇੱਥੇ ਆਉਣ 'ਤੇ ਡਿਫਰੈਂਟ ਲੱਗਾ ਉੱਥੇ ਨਾਲੋਂ ਕਿਸ ਤਰ੍ਹਾਂ ਦਾ ਖਾਣਾ ਸੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੁਸੀਂ ਦੱਸੋ, ਅੱਜ ਆਪਾਂ ਇੱਥੇ ਹਵੇਲੀ ਆਏ ਹਾਂ ਤੇ ਤੁਹਾਨੂੰ ਕਿੱਦਾਂ ਦਾ ਖਾਣਾ ਲੱਗਾ ਜੀ? ਇੱਥੇ ਕਿੱਦਾਂ ਦਾ ਮਾਹੌਲ ਲੱਗਾ ਤੁਹਾਨੂੰ? ਉੱਥੇ ਨਾਲੋਂ ਡਿਫਰੈਂਟ ਲੱਗਾ ਇੱਥੇ ਬਹਿ ਕੇ ਖਾਣ ਦਾ, ਜਾਂ ਮਤਲਬ ਖਾਣੇ ਦਾ ਡਿਫਰੈਂਟ ਲੱਗਾ? ਕਿਸ ਤਰ੍ਹਾਂ ਲੱਗਾ ਜੀ ਤੁਹਾਨੂੰ? ਬਹੁਤ ਵਧੀਆ ਲੱਗਿਆ। ਬਹੁਤ ਵਧੀਆ ਲੱਗਾ ਜੀ। ਬਹੁਤ ਨਾਈਸ ਬਹੁਤ ਫਲੇਵਰਸ ਕਿੱਦਾਂ ਇਹਨਾਂ ਨੇ ਤੁਹਾਨੂੰ ਸਰਵਿਸ ਦਿੱਤੀ, ਰਿਸਪੈਕਟ ਮਤਲਬ ਕਿੱਦਾਂ ਦੀ ਮਿਲੀ ਤੁਹਾਨੂੰ ਖਾਣਾ? ਬਹੁਤ ਰਿਸਪੈਕਟ ਦਿੱਤੀ ਹੈ। ਠੀਕ ਹੈ ਜੀ। ਤੇ ਬਾਕੀ ਇੱਥੇ ਜਿਹੜਾ ਬੈਠਣ ਦਾ ਆਨੰਦ ਆ ਨਾ, ਉਹ ਵੱਖਰਾ ਹੀ ਆ, ਕਿਉਂਕਿ ਇੱਕ ਤਾਂ ਸਾਡੀ ਇਹ ਸਿੱਖ ਹਿਸਟਰੀ ਨਾਲ ਜੁੜੀ ਬਿਲਡਿੰਗ ਆ। ਇਹਦੇ ਵਿੱਚ 550 ਸੀਟ ਤੋਂ 500 ਸੀਟ ਇਹਦੇ ਵਿੱਚ ਹੈਗੀ ਆ, ਜਿਹੜੀ 7 ਸਟੋਰੀ ਮੰਜ਼ਲੀ ਹੈ। ਅਸੀਂ 4ਥੀ ਸਟੋਰੀ ਤੇ ਇਸ ਵੇਲੇ ਬੈਠੇ ਆ। ਇਹ ਤੋਂ 3 ਸਟੋਰੀਆਂ ਹੋਰ ਉੱਤੇ ਨੇ। ਠੀਕ ਹੈ ਜੀ। ਤੇ ਇਹਦਾ ਜਿਹੜਾ ਵਿਊ ਬਾਹਰਲਾ ਹੈ ਉਹ ਬਹੁਤ ਹੀ ਮਜ਼ੇਦਾਰ ਹੈ। ਤੇ ਤੁਸੀਂ ਬਾਹਰ ਜਾ ਕੇ ਫੋਟੋ ਵੀ ਲਹਾਓ ਤਾਂ ਦੇਖੋ, ਲਾਈਟਾਂ ਦੇ ਵਿੱਚ ਆਲਾ ਦੁਆਲਾ ਦੇਖ ਕੇ ਡੋਰ ਵੀ ਖੁੱਲ੍ਹ ਜਾਂਦੀ ਹੈ ਤੇ ਕਿਤੇ ਦੇਖੋ ਤਾਂ ਬਹੁਤ ਸੋਹਣਾ ਲੱਗਦਾ ਜੀ। ਸਾਡਾ ਗੁਰੂ ਘਰ ਨਾਲ ਡੇਰਾ ਸਾਹਿਬ ਵੀ ਇੱਥੇ ਨਾਲ ਹੀ ਹੈ, ਲਾਗੇ ਦਿਖਦਾ ਹੈ। ਤੇ ਇੱਧਰ ਵੀ ਦੇਖੋ ਟੇਬਲ ਪੂਰਾ ਫੁੱਲ ਹੈ, ਭਰਿਆ ਪਿਆ ਹੈ। ਤੇ ਭਾਜੀ ਹੁਣੀ ਪਤਾ ਨਹੀਂ ਖਾਣਾ ਕਿੰਨਾ ਖਾਧਾ ਕਿ ਨਹੀਂ ਖਾਧਾ। ਤੇ ਤੁਸੀਂ ਕਿੱਦਾਂ ਖਾਣਾ ਲਾਈਕ ਕੀਤਾ ਭਾਜੀ? ਬਹੁਤ ਵਧੀਆ ਖਾਣਾ ਸੀ। ਤੁਸੀਂ ਬੱਚਿਓ ਇੰਜੋਏ ਜੀ ਸਰ? ਓਕੇ, ਯੂ ਆਰ ਗੁੱਡ ਖਾਣਾ? ਓਕੇ, ਇਟਸ ਵੈਰੀ ਗੁੱਡ ਫੂਡ। ਓਕੇ, ਐਵਰੀਵਨ ਲਾਈਕ ਦਿਸ ਵਨ, ਸੋ ਇਟਸ ਗੁੱਡ ਫੂਡ। ਸੋ ਅੱਗੇ ਚੱਲਦੇ ਹਾਂ। ਹੁਣ ਇਹਨਾਂ ਨੂੰ ਇੱਕ ਕੁਲਫੀ ਆਉਣੀ ਸਵੀਟ, ਉਹ ਵੀ ਮਿਲੂਗੀ ਹਜੇ। ਤੇ ਬਾਕੀ ਆਪਾਂ ਮਤਲਬ ਇਹਨਾਂ ਭਾਈਆਂ ਕੋਲ ਚੱਲਦੇ ਹਾਂ। ਇਹ ਵੀ ਟੇਬਲ ਆਪਣਾ ਦੇਖੋ ਖਾਣੇ ਨਾਲ ਫੁੱਲ ਆ। ਸੌਰੀ, ਤਾਂ ਮੇਰਾ ਖਿਆਲ ਬਈ ਖਾਣਾ ਬਹੁਤ ਆਇਆ, ਆਪਾਂ ਖਾਧਾ ਨਹੀਂ ਉਹਨਾਂ, ਕਿਉਂ ਖਾਣਾ ਬਹੁਤ ਦਿੱਤਾ ਇਹਨਾਂ ਨੇ, ਬੜੀ ਰਿਸਪੈਕਟ ਮਿਲੀ ਆ। ਤਾਂ ਇਹ ਖਾਣਾ ਵੀ ਖਾਣ ਦਾ ਇੱਥੇ ਜਿਹੜਾ ਤੁਹਾਨੂੰ ਕਿੱਦਾਂ ਲੱਗਾ ਜੀ? ਅੱਜ ਇੱਥੇ ਖਾਣਾ ਡਿਫਰੈਂਟ ਮਤਲਬ ਹੋ ਸਕਦਾ, ਪਰ ਜਿਹੜਾ ਖਾਣਾ ਖਾਣ ਦਾ ਆਪਣਾ ਮਤਲਬ ਜਿੱਦਾਂ ਕਦੇ ਆਪਾਂ ਇੰਜੋਏ ਇੱਥੇ ਜ਼ਿਆਦਾ ਕੀਤੀ, ਕਿਉਂਕਿ ਇਹ ਆਪਣੇ ਸਿੱਖ ਇਤਿਹਾਸ ਨਾਲ ਜੁੜੀ ਇੱਕ ਬਿਲਡਿੰਗ ਆ। ਤੇ ਬਾਕੀ ਉੱਥੇ ਵੀ ਖਾਂਦੇ ਆ, ਠੀਕ ਹੈ, ਪਰ ਜਿਹੜਾ ਇੱਥੇ ਖਾਣ ਦਾ ਆਨੰਦ ਆਇਆ ਮੈਨੂੰ ਬਹੁਤ ਆਪਣੇ ਆਪ ਨੂੰ ਆਇਆ ਜੀ। ਤੁਸੀਂ ਦੱਸੋ ਤੁਹਾਨੂੰ ਕਿੱਦਾਂ ਲੱਗਾ ਜੀ? ਵਧੀਆ ਲੱਗਾ ਜੀ? ਠੀਕ ਹੈ ਜੀ। ਹਾਂਜੀ, ਕਿਉਂ ਥੋੜ੍ਹੀ ਚੇਂਜ ਹੋ ਜਾਂਦੀ ਹੈ, ਹੋਰ ਕੁਛ ਨਹੀਂ ਹੈ। ਤੇ ਨਾਲੇ ਆਪਾਂ ਨੂੰ ਮੈਂ ਤਾਂ ਫੀਲਿੰਗ ਇਹ ਆ ਰਹੀ ਹੈ ਕਿ ਸਾਡੀ ਆਪਣੇ ਸਿੱਖ ਇਤਿਹਾਸ ਦੇ ਸਾਡੇ ਕਿਸੇ ਮਤਲਬ ਸਿੱਖਾਂ ਦਾ ਘਰ ਸੀਗਾ ਇਹ। ਵੱਡੀ ਗੱਲ ਇਹ ਆ ਹਾਂਜੀ ਕਿ ਮਤਲਬ ਕਿਸੇ ਦਾ ਹੋਰ ਨਾ ਸੀ। ਠੀਕ ਹੈ ਜੀ। ਤੇ ਇੱਧਰ ਇਹ ਗਿੱਲ ਸਾਹਿਬ ਵੀ ਬੈਠੇ ਆ ਤੇ ਕੁੜੀਆਂ ਵੀ ਬੈਠੀਆਂ। ਤੁਹਾਡਾ ਬਹੁਤ ਬਹੁਤ ਥੈਂਕ, ਤੁਸੀਂ ਅੱਜ ਇੱਥੇ ਲਿਆਂਦਾ ਖਾਣੇ ਲਈ। ਤੇ ਸੰਗਤਾਂ ਬਹੁਤ ਹੀ ਖੁਸ਼ ਨੇ, ਕਿਉਂਕਿ ਖਾਣਾ ਭਾਵੇਂ ਉਹ ਸੇਮ ਹੀ ਹੋਵੇ, ਪਰ ਜਿਹੜਾ ਇੱਥੇ ਬਹਿ ਕੇ ਖਾਣ ਦਾ ਆਨੰਦ ਹੈ ਸੰਗਤਾਂ ਨੂੰ, ਕਿਉਂਕਿ ਇਹ ਬਿਲਡਿੰਗ ਜਿਹੜੀ ਆ ਸਾਡੇ ਸਿੱਖ ਇਤਿਹਾਸ ਨਾਲ ਜੁੜੀ ਹੋਈ ਹੈ ਤੇ ਬਹੁਤ ਸੋਹਣਾ। ਤੇ ਗਿੱਲ ਜੀ ਤੁਸੀਂ ਮਤਲਬ ਇਹਦੇ ਬਾਰੇ ਕਿਸ ਤਰ੍ਹਾਂ ਲੱਭਿਆ ਸੀ, ਤੁਹਾਨੂੰ ਕਿਸ ਤਰ੍ਹਾਂ ਮਤਲਬ ਪਤਾ ਲੱਗਾ ਸੀ ਮਤਲਬ ਇਹ ਕਿ ਰੈਸਟੋਰੈਂਟ ਹੈ ਕਿ ਤੁਸੀਂ ਸੰਗਤਾਂ ਨੂੰ ਇੱਥੇ ਲਿਆਉਂਦੇ? ਸੰਗਤਾਂ ਬਹੁਤ ਖੁਸ਼ ਹੋਈਆਂ। ਜੀ ਅੰਕਲ ਜੀ, ਇਸ ਤਰ੍ਹਾਂ ਹੈ ਕਿ ਅਸੀਂ ਜਦੋਂ ਯਾਤਰਾ ਸ਼ੁਰੂ ਕੀਤੀ ਤੇ ਮੇਰੇ ਖਿਆਲ 2000 ਕੋਵਿਡ ਤੋਂ ਬਾਅਦ ਦੀ ਗੱਲ ਹੈ। ਉੱਥੇ ਮੈਂ ਪਾਕਿਸਤਾਨ ਵੈਸੇ ਟੂਰ 'ਤੇ ਆਇਆ ਸੀਗਾ ਇਕੱਲਾ। ਸੋ ਕਿਸੇ YouTube 'ਤੇ ਜਿੱਦਾਂ ਨਹੀਂ ਆਈ ਜਾਂਦੀਆਂ ਮਸ਼ਹੂਰੀਆਂ ਜਿਹੀਆਂ, ਤਾਂ ਅਸੀਂ ਵੇਖਿਆ ਤੇ ਉਦੋਂ ਅਸੀਂ ਪਹਿਲੀ ਵਾਰੀ ਆਏ। ਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਸੋਚਿਆ ਕਿ ਹਰ ਵਾਰੀ ਜਦੋਂ ਸੰਗਤ ਨੂੰ ਲੈ ਕੇ ਆਈਏ, ਡੇਲੀ ਹੋਟਲ 'ਚ ਖਾਂਦੇ ਆ ਖਾਣਾ ਤਾਂ ਚਲੋ ਉਹੀ ਆ, ਬਟ ਇਹ ਜ਼ਰਾ ਇਨਵਾਇਰਮੈਂਟ ਚੇਂਜ ਹੋ ਜਾਂਦਾ। ਉਤੋਂ ਇੱਥੇ ਬਹਿ ਕੇ ਜਿਹੜਾ ਵਿਊ ਆ, ਪਿੱਛੇ ਤੁਹਾਨੂੰ ਡੇਰਾ ਸਾਹਿਬ ਨਜ਼ਰ ਆਏਗਾ ਜੋ ਕਿ ਗੁਰਦੁਆਰਾ ਸਾਹਿਬ ਆ, ਉਹਦੇ ਨਾਲ ਹੀ ਫਿਰ ਬਾਦਸ਼ਾਹੀ ਮੋਸਕ ਨਜ਼ਰ ਆ ਰਹੀ ਹੈ, ਉਹਦੇ ਨਾਲ ਹੀ ਨਾਲ ਲਾਹੌਰ ਦਾ ਜਿਹੜਾ ਕਿਲ੍ਹਾ ਆ, ਲਾਹੌਰ ਫੋਰਟ, ਉਹ ਨਜ਼ਰ ਆ ਰਿਹਾ। ਸੋ ਇੱਕ ਨਾ ਸੋਹਣਾ ਵਿਊ ਬਣ ਜਾਂਦਾ ਆ। ਸੰਗਤ ਵੀ ਜ਼ਰਾ ਖੁਸ਼ ਹੁੰਦੀ ਹੈ ਕਿ ਇੱਕ ਡਿਫਰੈਂਟ ਚੀਜ਼ ਮਿਲ ਰਹੀ ਆ। ਖਾਣਾ ਵੀ ਹੋਟਲ ਤੋਂ ਡਿਫਰੈਂਟ ਹੁੰਦਾ ਹੈ। ਸੋ ਇਹ ਵੇ ਕਿ ਉਤੋਂ ਇਹ ਜਿਵੇਂ ਤੁਸੀਂ ਦੱਸਿਆ, ਇਹ ਹਿਸਟੋਰਿਕ ਬਿਲਡਿੰਗ ਆ, ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਹਾਲੀ ਵੀ ਤੁਸੀਂ ਵੇਖ ਸਕਦੇ ਹੋ ਇਸ ਬਿਲਡਿੰਗ ਵਿੱਚ। ਬਿਲਕੁਲ ਨਾਨਕਸ਼ਾਹੀ ਇੱਟ ਨਾਲ ਕੰਮ ਹੋਇਆ ਇਸ ਬਿਲਡਿੰਗ ਵਿੱਚ। ਠੀਕ ਹੈ। ਤੇ ਇਹ ਵੀ ਕਿ ਚਲੋ ਇੱਕ ਇਤਿਹਾਸ ਨਾਲ ਸਾਡਾ ਬਸ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿੰਨਾ ਤੋਂ ਜਿੰਨਾ ਹੋ ਸਕੇ ਸੰਗਤ ਨੂੰ ਇਤਿਹਾਸ ਨਾਲ ਜੋੜੀਏ। ਗੁਰੂ ਘਰ ਵੇਖਣੇ ਤੇ ਆਏ ਆ, ਪਰ ਜਿਹੜਾ ਇਤਿਹਾਸ ਆ ਉਹਨਾਂ ਨਾਲ ਜੋੜਨਾ ਜਿਹੜਾ ਉਹ ਵੀ ਇੱਕ ਸਾਡਾ ਮਿਸ਼ਨ ਆ। ਤੁਹਾਡਾ ਇੱਕ ਬੜਾ ਵੱਡਾ ਉਪਰਾਲਾ ਮੈਂ ਦੇਖਿਆ ਜੀ, ਤੁਹਾਡੇ ਨਾਲ ਮਤਲਬ 4-5 ਸਾਲ ਹੋ ਗਏ ਮੈਨੂੰ ਮਤਲਬ ਵਿਸਰਿਆਂ ਨੂੰ। ਤੁਸੀਂ ਪੁਰਾਣੀਆਂ ਚੀਜ਼ਾਂ ਲੱਭਦੇ ਰਹੇ, ਪੁਰਾਣਾ ਇਤਿਹਾਸ ਹੀ ਲੱਭਦੇ ਰਹੇ। ਤੁਹਾਡੇ ਕਿਸ ਤਰ੍ਹਾਂ ਦਿਮਾਗ 'ਚ ਆਉਂਦਾ ਕਿ ਤੁਸੀਂ ਕੀ ਤੁਹਾਨੂੰ ਲੱਗਦਾ ਕਿ ਆਪਾਂ ਪੁਰਾਣੇ ਇਤਿਹਾਸ ਨੂੰ ਖੋਲੀਏ, ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹਦੇ ਲਈ, ਜਾਂ ਕਿ ਮਤਲਬ ਸੰਗਤਾਂ ਲਈ, ਜਾਂ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਰਹਿੰਦਾ? ਤੁਹਾਡੀ ਫੀਲਿੰਗ ਕੀ ਹੈ ਜੀ? ਅੰਕਲ ਜੀ ਉਹ ਜਿਵੇਂ ਤੁਸੀਂ ਦੱਸਿਆ, ਅਸੀਂ ਹਰ ਵਾਰ ਲੈ ਕੇ ਆਉਂਦੇ ਹਾਂ। ਆਪਾਂ ਮੁਖਤਲਿਫ ਲੋਕਾਂ ਨਾਲ
ਕੰਟੈਕਟ 'ਚ ਰਹੀਦਾ ਜਿਵੇਂ ਕੋਈ ਨਵੀਂ ਚੀਜ਼ ਮਿਲਦੀ ਹੈ ਪੁਰਾਣੀ ਜਿਹੜੀ ਆਪਣੇ ਸੰਗਤ ਨੂੰ ਵੇਖੀਏ ਕਿਉਂਕਿ ਜਿਹੜੀ ਵੀ ਸੰਗਤ ਆਈ ਆ ਉਹ ਜੇ ਵਾਰ-ਵਾਰ ਆ ਰਹੀ ਆ ਉਹ ਫਿਰ ਉਹ ਗੁਰੂ ਘਰ ਵੇਖਦੀ ਆ ਤੇ ਉਹਦੇ ਨਾਲ ਅਸੀਂ ਨਾਲ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਹੋਰ ਕੁਛ ਨਾ ਕੁਛ ਨਵਾਂ ਇਤਿਹਾਸ ਵਿਖਾਈਏ ਮਾਡਰਨ ਤੇ ਦੁਨੀਆ ਉਹਨਾਂ ਵੇਖੀ ਹੋਈ ਆ ਬਟ ਹਕੀਕਤ ਤੇ ਆਇਆ ਕਿਉਂਕਿ ਉਹਨਾਂ ਦੀ ਮੁੱਢ ਤੇ ਇਹੀ ਆ ਜਿੱਥੇ ਤੇ ਉਹਨੂੰ ਹੀ ਅਸੀਂ ਕੁਰੇਦਦੇ ਰਹਿੰਦੇ ਆ ਕੁਛ ਵਿੱਚੋਂ ਲੱਭ ਕੇ ਚੀਜ਼ਾਂ ਕੱਢੀ ਦੀਆਂ ਕਿ ਬਈ ਹੋਰ ਵੇਖੋ ਇਹੀ ਤੁਹਾਡਾ ਹੀ ਹੈ ਇਤਿਹਾਸ ਬੇਸਿਕਲੀ। ਗੱਲ ਸਰ ਮੈਂ ਇੱਕ ਹੋਰ ਚੀਜ਼ ਬੜੀ ਦੇਖੀ ਤੁਹਾਡੇ ਵਿੱਚ ਕਿ ਸਿੱਖ ਇਤਿਹਾਸ ਹੁੰਦਿਆਂ ਮੈਂ ਬਹੁਤ ਸਿੱਖਾਂ ਦੇ ਨਾਲ ਹੀ ਵਿਸ ਰਿਹਾ ਬਹੁਤ ਮਤਲਬ ਸਿੰਘਾਂ ਨਾਲ ਵਿਸ ਰਿਹਾ ਪਰ ਜੋ ਤੁਹਾਨੂੰ ਇਤਿਹਾਸ ਦੀ ਖੋਜ ਹੈ ਕਿ ਤੁਹਾਡਾ ਮਨ ਕੁਦਰਤੀ ਮਤਲਬ ਇਸ ਪਾਸੇ ਚਲੇ ਤੁਹਾਨੂੰ ਬਹੁਤ ਮਤਲਬ ਗੁਰੂ ਘਰਾਂ ਦੀ ਜਾਂ ਮਤਲਬ ਪੁਰਾਣੇ ਇਤਿਹਾਸ ਦੀ ਖੋਜ ਹੈਗੀ ਹੈ ਜੋ ਤੁਹਾਤੋਂ ਮੈਂ ਪੁੱਛਦਾ ਤੁਸੀਂ ਝੱਟ ਮੈਨੂੰ ਦੱਸ ਦਿੰਦੇ ਹੋ ਕਿ ਇਤਿਹਾਸ ਇਹ ਹੈ ਕਿ ਤੁਸੀਂ ਮਤਲਬ ਬਚਪਨ ਤੋਂ ਹੀ ਇਸ ਪਾਸੇ ਨੂੰ ਜਾਂ ਕਿਸ ਤਰ੍ਹਾਂ ਤੁਹਾਨੂੰ ਲੱਗਾ ਜੀ? ਅੰਕਲ ਜੀ ਇੱਕ ਮੇਰੇ ਖਿਆਲ ਜਿਵੇਂ ਤੁਸੀਂ ਗੱਲ ਕੀਤੀ ਇੱਕ ਕੁਦਰਤੀ ਨਾ ਇੱਕ ਅੰਦਰੋਂ ਇੱਕ ਫੀਲਿੰਗ ਜੀ ਆ ਕਿ ਇਹ ਇਤਿਹਾਸ ਆ ਤੇ ਇਹਨੂੰ ਅਸੀਂ ਕਰੀਏ ਤੇ ਉਹ ਬਸ ਮੇ ਵੀ ਮਹਾਰਾਜ ਨੇ ਇੱਕ ਸੇਵਾ ਦਿੱਤੀ ਆ ਤੇ ਬਸ ਉਹ ਸੇਵਾ ਨਿਭਾਈ ਜਾ ਰਹੇ ਔਰ ਕੁਦਰਤੀ ਮਨ ਜਿਹੜਾ ਨਾ ਉਸ ਪਾਸੇ ਨੂੰ ਲੱਗਿਆ ਕਿ ਵੀ ਕੁਝ ਹੋਰ ਲੱਭੀਏ ਹੋਰ ਉਸ ਬਾਰੇ ਸਟੱਡੀ ਕਰੀਏ ਤੇ ਉਤੋਂ ਜਿਵੇਂ ਤੁਸੀਂ ਉਹ ਹੋਰ ਉਵੇਂ ਦੇ ਬਸ ਦੋਸਤ ਭਰਾ ਮਿਲ ਗਿਆ ਜਿਹੜੇ ਸਾਨੂੰ ਹੋਰ ਸਿਖਾਈ ਜਾਂਦੇ ਆ ਇਤਿਹਾਸ ਬਾਰੇ। ਦੇਖੋ ਜਦੋਂ ਇੱਦਾਂ ਹੁੰਦਾ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਟਾਈਮ ਤੇ ਮੀਆਂ ਮੀਰ ਜੀ ਸੀ ਉਹਨਾਂ ਨੂੰ ਵੀ ਇਸ ਚੀਜ਼ ਬਾਰੇ ਮਤਲਬ ਪਿਛਲੇ ਇਤਿਹਾਸ ਜਾਂ ਆਉਣ ਵਾਲਾ ਸਭ ਕੁਝ ਪਤਾ ਸੀ ਤੇ ਉਸ ਤਰ੍ਹਾਂ ਹੀ ਮਤਲਬ ਗਿੱਲ ਜੀ ਆ ਜਿਹੜੇ ਮਤਲਬ ਇਸ ਪਾਸੇ ਨੂੰ ਮਹਾਰਾਜ ਜੀ ਉਹਨਾਂ ਨੂੰ ਕੋਈ ਸੇਵਾ ਲਾਈ ਆ ਇਹਨਾਂ ਦੇ ਪਰਿਵਾਰ ਦੇ ਹਿੱਸੇ ਸੇਵਾ ਇਹ ਆਈ ਆ ਜੀ ਮੈਂ ਤਾਂ ਇਹ ਕਹੂੰਗਾ ਤੇ ਮਹਾਰਾਜ ਜੀ ਇਹਨਾਂ ਨੂੰ ਚੜ੍ਹਦੀਆਂ ਕਲਾ ਰੱਖੇ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਆਉਣ ਵਾਲੇ ਜਨਰੇਸ਼ਨ ਵੀ ਇਹਨਾਂ ਦੀ ਇਸ ਤਰ੍ਹਾਂ ਸੇਵਾ ਕਰਦੀ ਰਹੇ ਤੇ ਸਾਰੇ ਸੰਗਤਾਂ ਦੇ ਨਾਲ ਜੋੜਨ ਤੇ ਮੈਂ ਇਹੋ ਕਹਿਣਾ ਚਾਹੁੰਦਾ ਇਹਨਾਂ ਬਾਰੇ ਵੀ ਜਿਵੇਂ ਵੈਰੀ ਨਾਈਸ ਵੈਰੀ ਗੁੱਡ ਤੇ ਮਹਾਰਾਜ ਜੀ ਨੇ ਚੜ੍ਹਦੀਆਂ ਕਲਾ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ